हाँ जी प्यारे साथियों, सत श्री अकाल सारिਆਂ ਨੂੰ। ਤੇ ਜਿਵੇਂ ਤੁਹਾਨੂੰ ਸਭ ਨੂੰ ਪਤਾ ਕਿ ਕੱਲ ਸਾਡਾ ਸੀਗਾ ਸੀਟੈਟ ਦਾ ਪੇਪਰ, ਠੀਕ ਆ। ਤੇ ਜਿਹੜੇ ਤਾਂ ਮੇਰੇ ਚੈਨਲ ਤੇ ਆਏ ਹੋਣਗੇ ਹਨਾ ਪਹਿਲਾਂ ਵੀ, ਉਹਨਾਂ ਨੂੰ ਪਤਾ ਲੱਗ ਗਿਆ ਹੋਊਗਾ ਕਿ ਕੀ ਸੱਚ ਆ ਤੇ ਕੀ ਝੂਠ ਆ, ਠੀਕ ਆ। ਮੇਰਾ ਇਹ ਜਿਹੜਾ ਚੈਨਲ ਹੈ ਸਿਰਫ ਤੇ ਸਿਰਫ ਹੈਗਾ ਵਾ ਸੋਸ਼ਲ ਸਟੱਡੀ ਸਬਜੈਕਟ ਦੇ ਨਾਲ ਸੰਬੰਧਿਤ, ਚਾਹੇ ਤੁਸੀਂ ਸੀਟੈਟ ਦੇ ਨਾਲ ਸੰਬੰਧਿਤ ਹੋ, ਚਾਹੇ ਤੁਸੀਂ ਪੀਐਸਟੈਟ ਦੇ ਨਾਲ ਸੰਬੰਧਿਤ ਹੋ, ਠੀਕ ਆ। ਮੈਂ ਇੱਥੇ ਕਰਵਾਉਣੀ ਆ ਪੀਐਸਟੈਟ ਐਂਡ ਸੀਟੈਟ ਦੀ ਤਿਆਰੀ। ਸੀਟੈਟ ਸਾਡਾ ਨਿਕਲ ਚੁੱਕਾ ਕੱਲ ਹਨਾ, ਤੇ ਇਹ ਚੀਜ਼ ਵਿਦ ਪ੍ਰੂਫ ਲੈ ਕੇ ਆਈ ਆ ਕਿ ਮੇਰੇ ਕਰਵਾਏ ਹੋਏ ਚੋਂ ਸੀਟੈਟ ਦਾ ਕਿੰਨਾ ਕੁ ਪੇਪਰ ਆਇਆ ਤੇ ਕੱਲੇ ਕੁਐਸਚਨ ਦਾ ਮੈਂ ਇੱਥੇ ਸਬੂਤ ਲੈ ਕੇ ਆਈ ਆ। ਵੈਸੇ ਇਹ ਵੀਡੀਓ ਮੈਂ ਕੱਲ ਪੇਪਰ ਵਾਲੇ ਦਿਨ ਸ਼ਾਮ ਨੂੰ ਹੀ ਕੱਲ ਨੂੰ ਹੀ ਲੈ ਕੇ ਆਉਣੀ ਸੀ, ਪਰ ਹੋਇਆ ਕਿ ਅਚਾਨਕ ਇਨਫੋਰਮੇਸ਼ਨ ਮਿਲਦੀ ਆ ਕਿ ਪੇਪਰ ਜਿਹੜਾ ਵਾ ਪੇਪਰ 1 ਕੈਂਸਲ ਹੋ ਚੁੱਕਾ ਵਾ। ਉਹਦੇ ਰਿਗਾਰਡਿੰਗ ਕੋਈ ਇਨਫੋਰਮੇਸ਼ਨ ਮੈਂ ਵੀ ਦੇਖਦੀ ਰਹੀ, ਜਿਹਦਾ ਕਰਕੇ ਮੈਂ ਵੀ ਲੇਟ ਹੋ ਗਈ। ਤੇ ਮੈਂ ਸੋਚਿਆ ਕਿ ਕੋਈ ਮਤਲਬ ਯਾਰ ਇਹ ਆ ਕਿ ਆਨਸਰ ਕੀ ਤੁਹਾਨੂੰ ਬਹੁਤ ਜ਼ਿਆਦਾ ਮਿਲਣਗੀਆਂ YouTube ਤੇ। ਕੱਲ ਦੀਆਂ ਬਹੁਤ ਸਾਰੀਆਂ ਆਨਸਰ ਕੀ ਜਿਹੜੀਆਂ ਅਪਲੋਡ ਹੋ ਚੁੱਕੀਆਂ, ਚਾਹੇ ਉਹ CDP ਦੀ ਆ, ਚਾਹੇ ਉਹ ਸੋਸ਼ਲ ਸਟੱਡੀਜ਼ ਦੀ ਆ, ਚਾਹੇ ਉਹ ਪੰਜਾਬੀ ਦੀ ਆ, ਠੀਕ ਆ। ਪਰ ਮੈਂ ਆਨਸਰ ਕੀ ਇਸ ਤਰੀਕੇ ਦੇ ਨਾਲ ਲੈ ਕੇ ਆਈ ਆ ਵਿਦ ਪ੍ਰੂਫ, ਸਾਰੀਆਂ ਦੀਆਂ ਸਾਰੀਆਂ ਬੁੱਕਸ ਦੇ ਵਿੱਚੋਂ, ਜਿਹੜਾ ਕਿ ਤੁਸੀਂ ਥੰਬਨੇਲ ਤੇ ਦੇਖ ਕੇ ਆਏ। ਤੇ ਇੱਕ ਚੀਜ਼ ਹੋਰ, ਜੋ ਚੀਜ਼ ਮੇਰੀ ਥੰਬਨੇਲ ਤੇ ਲਿਖੀ ਹੁੰਦੀ ਆ ਵੀਡੀਓ ਦੇ ਵਿੱਚ ਵੀ ਉਹੀ ਹੁੰਦੀ ਆ, ਪਰ ਬਹੁਤ ਸਾਰਾ ਕੰਟੈਂਟ YouTube ਤੇ ਤੁਹਾਨੂੰ ਏਦਾਂ ਦਾ ਮਿਲਦਾ ਵਾ ਕਿ ਥੰਬਨੇਲ ਤੇ ਕੁਝ ਹੋਰ ਹੁੰਦਾ ਵਾ, ਵੀਡੀਓ ਦੇ ਵਿੱਚ ਕੁਝ ਹੋਰ ਹੁੰਦਾ ਵਾ, ਠੀਕ ਆ। ਪਰ ਇਹ ਚੀਜ਼ ਆ ਕਿ ਹੁਣ ਆਪਾਂ ਗੱਲ ਕਰਦੇ ਆ, ਆਪਾਂ ਜ਼ਿਆਦੀਆਂ ਗੱਲਾਂ ਨਹੀਂ ਕਰਦੇ ਕਿਉਂਕਿ ਆਪਾਂ ਕਰਨੇ ਨੇ ਸਾਰੇ ਦੇ ਸਾਰੇ ਸਬੂਤ ਕੱਲੇ ਕੁਐਸਚਨ ਦਾ, ਤੇ ਆਪਾਂ ਟਾਈਮ ਨਹੀਂ ਖਰਾਬ ਕਰਨਾ, ਠੀਕ ਆ। ਜਿਹੜਾ ਆਪਣਾ ਇਹ ਪੇਪਰ ਸੀਗਾ ਸੋਸ਼ਲ ਸਟੱਡੀ ਸਬਜੈਕਟ ਦੀ ਜੇਕਰ ਗੱਲ ਕਰਾਂ ਤੇ ਤੁਹਾਨੂੰ ਯਾਦ ਹੋਊਗਾ ਜਿਹੜੇ ਬੱਚੇ ਪਹਿਲਾਂ ਤੋਂ ਹੀ ਮੇਰੇ ਚੈਨਲ ਦੇ ਨਾਲ ਜੁੜੇ ਆ, ਮੈਂ ਦੱਸਿਆ ਸੀ, ਮੈਂ ਥੰਬਨੇਲ ਤੇ ਵੀ ਲਿਖਿਆ ਵੀ ਮੈਂ ਜੋ ਕਿਹਾ ਉਹੀ ਹੋਇਆ। ਕਿਵੇਂ? ਕਿਉਂਕਿ ਮੈਂ ਤੁਹਾਨੂੰ ਕਿਹਾ ਸੀ ਵੀ ਜੇਕਰ ਤੁਸੀਂ ਮੰਨਦੇ ਹੋ ਨਾ ਵੀ SST ਸਾਨੂੰ 60 ਨੰਬਰ ਦੀ ਆਉਂਦੀ ਆ ਤਾਂ ਤੁਸੀਂ ਗਲਤ ਹੋ, ਕਿਉਂਕਿ ਸਾਨੂੰ SST 40 ਨੰਬਰ ਦੀ ਆਉਂਦੀ ਆ, ਵਿੱਚੋਂ 20 ਨੰਬਰ ਦੀ ਸਾਨੂੰ SST ਦੀ ਪੈਡਾਗੋਜੀ ਆਉਂਦੀ ਆ। ਹੋਇਆ ਵੀ ਐਵੇਂ, 40 ਨੰਬਰ ਦੀ ਜਿਹੜੀ SST ਆਈ, ਚਾਹੇ ਜਿਓਗ੍ਰਾਫੀ, ਹਿਸਟਰੀ, ਪੋਲੀਟੀਕਲ ਮਿਕਸ, 40 ਨੰਬਰ ਦੀ ਜਿਹੜੀ SST ਆਈ ਉਹ ਸਾਰੀ ਮੇਰੇ ਕਰਵਾਏ ਹੋਏ ਚੋਂ ਆਈ। ਕਲੀਅਰ? ਸਬੂਤ ਦੇਣੀ ਆ, ਠਹਿਰ ਜੋ, ਇੱਕ ਵੀ ਮਿੰਟ ਕਲਾਸ ਨੂੰ ਸਕਿਪ ਨਹੀਂ ਕਰਨਾ। ਇਹ ਕਲਾਸ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ। ਪੀਐਸਟੈਟ ਦੇ ਪੇਪਰ ਨੇ ਜਿਨ੍ਹਾਂ ਨੇ ਕਲੀਅਰ ਕਰਨਾ ਵਾ ਉਹ ਆ ਇਸ ਚੀਜ਼ ਨੂੰ ਡੈਮੋ ਮੰਨ ਕੇ ਚੱਲ ਸਕਦੇ ਆ ਤੇ ਮੇਰੇ ਚੈਨਲ ਤੇ ਆ ਸਕਦੇ ਆ, ਉਹਨਾਂ ਦਾ ਸਵਾਗਤ ਆ, ਠੀਕ ਆ। ਠੀਕ ਆ, ਕੱਲਾ ਕੁਐਸਚਨ ਮੇਰੇ ਕਰਵਾਏ ਹੋਏ ਚੋਂ ਆਇਆ 40 ਨੰਬਰ ਦੀ ਜਿਹੜੀ SST ਆਈ। ਰਹੀ ਗੱਲ ਜਿਹੜੀ 20 ਨੰਬਰ ਦੀ ਪੈਡਾਗੋਜੀ, ਇਹਦੀ ਮੈਂ ਜੇ ਸ਼ੁਰੂਆਤ ਹੀ ਕੀਤੀ ਸੀ ਹਰ ਸੰਡੇ ਜਿਹੜਾ ਵਾ ਮੈਂ ਕਿਹਾ ਸੀ ਕਿ ਹਰ ਸੰਡੇ ਮੈਂ SST ਦੀ ਪੈਡਾਗੋਜੀ ਕਰਵਾਇਆ ਕਰੂੰਗੀ। ਅਜੇ ਇੱਕ ਹੀ ਸੰਡੇ ਕਵਰ ਹੋਇਆ ਸੀ ਆਪਣਾ, ਬਾਅਦ ਵਿੱਚ ਪਰਮਾਤਮਾ ਵੱਲੋਂ ਕੋਈ ਮੈਨੂੰ ਏਦਾਂ ਦੀ ਪ੍ਰੋਬਲਮ ਪੈ ਗਈ, ਮੇਰੇ ਕਜ਼ਨ ਬ੍ਰਦਰ ਦਾ ਮਰਡਰ ਹੋ ਗਿਆ, ਉਹਨਾਂ ਦੀ ਡੈਥ ਹੋ ਗਈ ਹਨਾ, ਤੇ ਉਹਦੀ ਵਜ੍ਹਾ ਕਰਕੇ ਮਤਲਬ ਇੱਕ ਮਨ ਨੂੰ ਕਠੋਰ ਕਰਕੇ ਫਿਰ ਵੀ ਮੈਂ 8 ਦਿਨਾਂ ਦੇ ਗੈਪ ਤੋਂ ਬਾਅਦ ਤੁਹਾਡੇ ਸਾਹਮਣੇ ਆਈ ਹਨਾ। ਮਤਲਬ ਮੁਸ਼ਕਲਾਂ ਵੀ ਪੈ ਜਾਂਦੀਆਂ ਵਾ ਬੰਦੇ ਨੂੰ ਹਨਾ, ਮਤਲਬ ਹਰ ਵਕਤ ਆਪਾਂ ਤਾਂ ਚਾਹੁੰਦੇ ਆਪਾਂ ਬੱਚਿਆਂ ਦੇ ਨਾਲ ਕੰਟੀਨਿਊਟੀ ਬਣਾ ਕੇ ਰੱਖੀਏ, ਪਰ ਇਨਸਾਨ ਨੂੰ ਏਦਾਂ ਦੀਆਂ ਮੁਸ਼ਕਲਾਂ ਪੈ ਜਾਂਦੀਆਂ ਵੀ ਉਹਨਾਂ ਨੂੰ ਵੀ ਫੇਸ ਕਰਨਾ ਪੈਂਦਾ, ਠੀਕ ਆ। ਪਰ ਜਿਹੜੀ ਪੈਡਾਗੋਜੀ ਉਹ ਮੈਂ ਇੱਕ ਹੀ ਸੰਡੇ ਅਜੇ ਲਗਾਇਆ ਸੀ, ਤੇ ਪਰ ਮੈਂ ਦੇਖਿਆ ਜਿਸ ਤਰ੍ਹਾਂ ਮੈਂ SST ਦੀ ਪੈਡਾਗੋਜੀ ਤੁਹਾਡੇ ਲਈ ਪਲਾਨ ਕੀਤੀ ਸੀ, ਮੇਰੇ ਕੋਲ ਨੋਟਬੁੱਕ ਵੀ ਪਈ ਆ, ਉਹਦੇ ਤੋਂ ਹੀ ਮੈਂ ਤੁਹਾਨੂੰ ਇੱਕ ਸੰਡੇ ਦੀ ਜਿਹੜੀ ਪੈਡਾਗੋਜੀ ਕਰਵਾਈ ਉਹਦੇ ਤੋਂ ਹੀ ਕਰਵਾਈ ਸੀ। ਤੇ ਮੈਂ ਕੀ ਦੇਖਿਆ ਵੀ ਜਿਹੜੀ ਪੈਡਾਗੋਜੀ ਮੈਂ ਤਿਆਰ ਕੀਤੀ ਸਾਰੀ ਦੀ ਸਾਰੀ ਥਿਊਰੀ ਵਿਦ MCQ, ਉਸ ਹਿਸਾਬ ਦੇ ਨਾਲ ਹੀ ਸਾਰੀ ਪੈਡਾਗੋਜੀ SST ਦੇ ਸਬਜੈਕਟ ਪੇਪਰ ਦੇ ਵਿੱਚ ਪਈ ਆ। ਚਲੋ ਹੁਣ ਆਪਾਂ ਆਉਨੇ ਆ ਪਹਿਲੇ ਕੁਐਸਚਨ ਤੇ, ਠੀਕ ਹੈ। SST ਦਾ ਆਪਾਂ ਕਰਦੇ ਪਏ ਆ SST ਜਿੰਨੇ ਵੀ ਕੁਐਸਚਨ ਆ ਉਹਦਾ ਕੱਲਾ ਪ੍ਰੂਫ ਮੇਰੇ ਕੋਲ ਸੈੱਟ ਹੈਗਾ ਵਾ, ਉਹ ਮੇਰੇ ਕੋਲ ਬੁਕਲੇਟ ਕੋਡ ਹੈਗਾ ਵਾ, ਉਹ ਤੁਹਾਡੇ ਕੋਲ ਜਿਹੜਾ ਵੀ ਆ ਤੁਸੀਂ ਉਸ ਹਿਸਾਬ ਦੇ ਨਾਲ ਕੁਐਸਚਨ ਮੈਂ ਬੋਲੂੰਗੀ। ਕਿਉਂਕਿ ਜੇ ਮੈਂ ਸਿੱਧਾ ਮਤਲਬ ਇੱਥੇ ਕੁਐਸਚਨ ਪੇਪਰ ਤੇ ਕੈਮਰਾ ਕਰ ਲਾਂ ਸਿੱਧਾ, ਜਿਵੇਂ ਤੁਸੀਂ ਪਹਿਲਾਂ ਵੀਡੀਓ ਦੇਖਦੇ ਜੇ, ਮਤਲਬ ਮੈਂ ਚਾਹੁੰਦੀ ਆ ਵੀ ਮੈਂ ਕੱਲੀ ਬੁੱਕ ਤੁਹਾਡੇ ਸਾਹਮਣੇ ਇਦਾਂ ਪੇਸ਼ ਕਰਾਂ ਵੀ ਬੋਲ ਕੇ ਦੱਸਾਂ ਕੱਲੀ ਲਾਈਨ ਵੀ ਆ ਦੇਖੋ,
ठीक है। देखो पहला क्वेश्चन हैगा वा कंसंट्रेट करना, क्वेश्चन सुनना पूरा। ठीक है, मैं कोई हफला दफली नहीं करूंगी, कल्ले कल्ले क्वेश्चन का मैं दसूंगी भी मैं वो करवाया सी या नहीं, जेड़ा नहीं करवाया वो भी दसूंगी भी नहीं सी करवाया। ठीक है, ऐ नहीं कि मैं 1% भी मेरी इस वीडियो ਦੇ ਵਿੱਚ ਝੂਠ नहीं हैगा। यूट्यूब ਤੇ बहुत ਝੂਠ ਚੱਲਦਾ, ਟੀਚਰਾਂ ਵੱਲੋਂ ਵੀ ਚੱਲਦਾ। ਠੀਕ ਹੈ, ਇਹ ਚੀਜ਼ ਤੁਹਾਨੂੰ ਹੀ ਪਤਾ, ਪਰ ਮੇਰੇ ਇਸ ਚੈਨਲ ਤੇ ਮੇਰੇ ਦਿਲ ਦਿਮਾਗ ਦੇ ਵਿੱਚ ਐਦਾਂ ਦੀ ਕੋਈ ਗੱਲ ਨਹੀਂ ਹੈਗੀ। ਜੋ ਮੈਂ ਕਿਹਾ ਉਹ ਮੈਂ ਕਰਕੇ ਦਿਖਾਇਆ। ਠੀਕ ਹੈ, ਹੁਣ ਆਉਣੇ ਆਪਾਂ ਮੇਨ ਟੌਪਿਕ ਤੇ ਆਪਣਾ। ਠੀਕ ਹੈ, ਦੇਖੋ ਪਹਿਲਾ ਕੁਐਸਚਨ ਸੀਗਾ ਉਹ ਬੁਕਲੇਟ ਕੋਡ ਆ ਜਿਨ੍ਹਾਂ ਦਾ, ਉਹ ਤੁਸੀਂ ਚੈੱਕ ਕਰਦੇ ਜਾਓ। शाहजहां के शासनकाल के दौरान मुगल वास्तुकला के विभिन्न तत्व एक भावे सुसंगत संश्लेषण में लाए गए, कारण उनके शासन में अनवरत निर्माण कार्य चलते रहे, विशेष रूप से आगरा और दिल्ली में। देखो ਇਹ ਆ 7ਵੀਂ ਕਲਾਸ ਦੀ NCERT ਹੁਣ ਵੀ ਚੱਲਦੀ ਪਈ ਹੈ, ਹੁਣ ਵੀ ਚੱਲਦੀ ਪਈ, ਇਹੀ ਕਰਵਾਉਣੀ ਪਈ ਆ। ਮੈਂ 6ਵੇਂ ਚੈਪਟਰ ਤੇ ਆਪਾਂ ਪਹੁੰਚ ਚੁੱਕੇ ਆ। ਯਾਦ ਕਰੋ ਇਸ ਚੈਪਟਰ ਦੇ ਵਿੱਚ ਮੈਂ ਤੁਹਾਨੂੰ ਮੁਗਲ ਕਾਲ ਬਾਰੇ ਕਰਵਾਇਆ ਸੀ, ਪੂਰਾ ਕੰਪਲੀਟ ਕਰਵਾਇਆ ਸੀ। ਮੁਗਲ ਕਾਲ ਜਦੋਂ ਮੈਂ ਤੁਹਾਨੂੰ ਕਰਵਾਇਆ ਸੀ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਤੁਸੀਂ ਯਾਦ ਰੱਖਣਾ ਵਾ ਕਿ ਜੇਕਰ ਪੁੱਛਿਆ ਜਾਵੇ ਵੀ ਸਭ ਤੋਂ ਜ਼ਿਆਦਾ ਵਸਤੂਕਲਾ ਦਾ ਨਿਰਮਾਣ ਕਿਹਦੇ ਸ਼ਾਸਨ ਕਾਲ ਦੇ ਵਿੱਚ ਹੋਇਆ ਵਾ, ਤੇ ਸ਼ਾਹਜਹਾਨ ਦੇ ਸ਼ਾਸਨ ਕਾਲ ਦੇ ਵਿੱਚ ਵਸਤੂਕਲਾ ਦਾ ਸਭ ਤੋਂ ਜ਼ਿਆਦਾ ਨਿਰਮਾਣ ਹੋਇਆ ਵਾ, ਖਾਸ ਕਰਕੇ ਦਿੱਲੀ ਤੇ ਆਗਰਾ ਦੇ ਵਿੱਚ। ਇਸੇ ਹੀ ਕਰਕੇ ਇਸ क्वेश्चन ਦਾ ਸਾਡਾ आंसर ਆਉਣਾ ਸੀ दोनों ए आर सही है तथा आर ए की सही व्याख्या करता है। ठीक है, अगले क्वेश्चन ते आ जाओ। अगला क्वेश्चन साडा हैगा वा, ਇਹ ਕਹਿੰਦੇ ਆ अगले क्वेश्चन ते ਇਹ ਕਹਿੰਦੇ ਆ राजस्व वसूली व्यवस्था महलवारी बंदोबस्त की शुरुआत हॉल्ट मैकेंजी ने की थी। बिल्कुल की सी, याद करो। मैं तुहानू जब्त प्रणाली करवाया, मैं तुहानू कर टैक्स बारे करवाया, जगीर किदां टैक्स इकट्ठा करते सी, सारी डिटेल करवाई। मतलब जिन्हां ने देखिया मेरिया वो वीडियो उन्होंने पता होगा, मैनू ज्यादा जोर ला के भी कहने की लोड़ नहीं आ। ठीक है, दस्या सी कि महलवाड़ी बंदोबस्त जिहड़ा वा हॉल्ट मैकेंजी ने शुरू कीता सी, इस ने ये बिल्कुल सही आ। ये कहंदे कि राजस्व वसूली तथा कंपनी एक इसे पहचाने की जिम्मेदारी गांव के प्रधान को दी गई थी, ना कि जिमीदार को। मैं दस्या सी ना, मैं तुहानू दस्या सी कि जेड़े जिमीदार सी, जिमीदार की सी भी जिमीदार ਉਹ ਆਪਣੇ ਇਲਾਕੇ ਦੇ ਵਿੱਚੋਂ ਟੈਕਸ ਇਕੱਠਾ ਕਰਦੇ ਸੀ, ਪਰ ਇਹ ਲੋਕਾਂ ਦਾ, ਛੋਟੇ ਕਿਸਾਨਾਂ ਦਾ ਸ਼ੋਸ਼ਣ ਕਰਨ ਲੱਗ ਗਏ। ਸ਼ੋਸ਼ਣ ਕਰਨ ਲੱਗ ਗਏ ਮਤਲਬ ਆਪਦੀ ਮਰਜ਼ੀ ਨਾਲ ਜਿੰਨਾ ਮਰਜ਼ੀ ਟੈਕਸ ਇਕੱਠਾ ਕਰੀ ਜਾਂਦੇ ਸੀ, ਤੇ ਕਿਸਾਨ ਜਿਹੜੇ ਸੀ, ਛੋਟੇ ਕਿਸਾਨ, ਉਹ ਹੋਰ ਜ਼ਿਆਦਾ ਗਰੀਬ ਹੋਈ ਜਾਂਦੇ ਸੀ, ਜਿਹੜੇ ਜ਼ਿਮੀਂਦਾਰ ਸੀ ਉਹ ਹੋਰ ਜ਼ਿਆਦਾ ਅਮੀਰ ਹੋਈ ਜਾਂਦੇ ਸੀ। ਇਹ ਸਾਰਾ ਕੁਝ ਮੈਂ ਤੁਹਾਨੂੰ ਦੱਸਿਆ। ਇਹ ਬਿਲਕੁਲ ਦੂਜੀ ਜਿਹੜਾ ਇਹਨਾਂ ਨੇ ਕਾਰਨ ਦੱਸਿਆ ਬਿਲकुल सही दस्या वा। कहते भी राजस्व वसूली तथा कंपनी तक इसे पहचाने की जिम्मेदारी गांव के प्रधान को दी गई, ना कि जिमींदार को। जिमींदारां तो इन्होंने हक खो लिया सीगा। बिल्कुल दोनों ए आर सही है तथा आर ए की सही व्याख्या करता है। मैं किसी भी चैनल बड़े आंसर दसणगे, कोई अलग अलग आइडिया ला के दसूगा, कोई दसूगा भी ये डाउट आ, ਇਹਦਾ ਆ ਹੋ ਸਕਦਾ। मैं डेफिनेटली श्योरिटी ना कहूंगी भी ਇਹਦਾ आंसर आही आ ਤੇ ਆਹੀ ਹੀ ਹੋਣਾ। ਆਪਣੇ ਨੰਬਰ ਚੈੱਕ ਕਰਦੇ ਜਾਇਓ। ਜਿਹੜੇ ਮੇਰੇ ਪੁਰਾਣੇ ਸਟੂਡੈਂਟ ਆ, ਜਿਹੜੇ ਤਾਂ ਹੁਣ ਇਸ ਵੀਡੀਓ ਤੇ ਨਵੇਂ ਆਉਣਗੇ, ਉਹ ਤਾਂ ਨਵੇਂ ਆ, ਉਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ, ਉਹਨਾਂ ਨੇ ਮੇਰੀਆਂ ਪਹਿਲੀਆਂ ਵੀਡੀਓ ਨਹੀਂ ਦੇਖੀਆਂ। ਪਰ ਜਿਹੜੇ ਮੇਰੇ ਸਟੂਡੈਂਟ ਪਹਿਲਾਂ ਤੋਂ ਮੇਰੇ ਨਾਲ ਜੁੜੇ ਆ, ਤੁਸੀਂ ਆਪਣੇ ਮਾਰਕਸ ਲਿਖਦੇ ਜਾਓ, ਕਿੰਨੇ ਮਾਰਕਸ ਬਣ ਰਹੇ ਮੈਨੂੰ ਟੈਲੀਗ੍ਰਾਮ ਤੇ ਦੱਸਣਾ। ਬਾਈ ਗॉड ਮੈਨੂੰ ਬਹੁਤ ਖੁਸ਼ੀ ਹੋਊਗੀ। ਠੀਕ ਆ, ਉਸ ਤੋਂ ਬਾਅਦ ਇਹ ਕਹਿੰਦੇ ਆ अगला क्वेश्चन है वा, डैश के कारण लद्दाख को छोटा तिब्बत भी कहा जाता है। हुण आ जाओ, मैं तुहानू करवाया सीगा तिब्बत दे बारे। ठीक है, तिब्बत दे बारे जदों मैं तुहानू करवाया सी, याद करो, ठंडा ते गर्म रेगिस्तान मैं करवाया सी तुहानू, है ना, करवाया सी ना। एक मिनट, मैं इत्थे आ वेखो, ਇਹ ਆ ਸਾਡੀ 7ਵੀਂ ਕਲਾਸ ਦੀ ਜਿਓਗ੍ਰਾਫੀ NCERT। ਇਹਦੇ ਵਿੱਚ ਮੈਂ ਤੁਹਾਨੂੰ ਕਰਵਾਇਆ ਸੀਗਾ ਚੈਪਟਰ ਠੰਡਾ ਰੇਗਿਸਤਾਨ ਤੇ अपना गर्म रेगिस्तान, सहारा रेगिस्तान। ठीक है, ਇੱਥੇ ਹੁਣੇ ਲੱਭ ਜਾਣਾ ਵਾ, ਮੈਂ ਟਿਕ ਵੀ ਕੀਤਾ ਸੀਗਾ। ਮੈਂ ਤੁਹਾਨੂੰ ਵੇਟ ਆਪਾਂ ਤੁਹਾਡੇ ਸਾਹਮਣੇ ਪ੍ਰੂਫ ਲੈ ਕੇ ਆਏ ਆ, ਤੇ ਐਦਾਂ ਤੇ ਹੋ ਨਹੀਂ ਸਕਦਾ ਵੀ ਆਪਾਂ ਤੁਹਾਡੇ ਸਾਹਮਣੇ ਸਬੂਤ ਜਿਹੜੇ ਆ ਉਹ ਪੇਸ਼ ਨਾ ਕਰੀਏ।
हाँ देखो, देखो कहते आ, क्या आप लद्दाख एवं तिब्बत तथा मध्य एशिया के निवासियों के बीच कोई समानता पाते हैं? यहाँ के अधिकांश लोग या तो मुसलमान या बौद्ध। वास्तव में लद्दाख क्षेत्र में अनेक बौद्ध मठ अपने परंपरागत गोपा के साथ स्थित है। कुछ प्रसिद्ध मठ हेमनिस्थिक से मैं करवाया सी ਤੁਹਾਨੂੰ ठीक है, ये सारियां चीजां मैं ਤੁਹਾਨੂੰ करवाइयां ਸੀਗੀਆਂ। फिर इन्होंने इत्थे दिता आ देखो, टाइम लगता वा क्योंकि चैप्टर काफी वड्डे आ। मैं एक बस तुसी वेट करो, ठीक है, मैं तुहानू दसदी हाँ कि कित्थे आ सीधी दी सीधी स्टेटमेंट इन्हां ने पेपर दे विच पाई होई आ, ठीक है। हाँ जी, मैनू तां भुलेखा लग गया क्योंकि एक जिहड़ी 6वीं क्लास दी अपने को सॉरी जिहड़ी अपनी 7वीं क्लास दी जियोग्राफी आ ਉਹਦੇ ਵਿੱਚ ਇੱਕ ਕਨਸੈਪਟ ਆਉਂਦਾ ਵਾ ਜਿਹਦੇ ਵਿੱਚ ਸਹਾਰਾ ਰੇਗਿਸਤਾਨ ਤੇ ਠੰਡਾ ਰੇਗਿਸਤਾਨ ਲਦਾਖ ਦੀ ਗੱਲ ਕੀਤੀ ਜਾਂਦੀ ਆ। ਪਰ ਨਾਲ ਹੀ ਇੱਕ ਜਿਹੜੀ ਸਾਡੇ ਕੋਲ 6ਵੀਂ ਕਲਾਸ ਦੀ ਪੋਲੀਟੀਕਲ ਆ ਉਹਦੇ ਵਿੱਚ ਵੀ ਲਦਾਖ ਚੈਪਟਰ ਬਾਰੇ ਆਉਂਦਾ ਵਾ। ਸੋ ਤਾਂ ਕਰਕੇ ਮੈਨੂੰ ਭੁਲੇਖਾ ਲੱਗ ਗਿਆ, ਮੈਂ ਇਸ ਬੁੱਕ ਦੇ ਵਿੱਚੋਂ ਲੱਭੀ ਜਾਨੀ ਦੋਨਾਂ ਚੈਪਟਰਾਂ ਦੇ ਵਿੱਚ ਲਦਾਖ ਦੇ ਬਾਰੇ ਜਿਹੜੀ ਸਾਡੇ ਕੋਲ 7ਵੀਂ ਕਲਾਸ ਦੀ ਜਿਓਗ੍ਰਾਫੀ ਆ ਤੇ 6ਵੀਂ ਕਲਾਸ ਦੀ ਪੋਲੀਟੀਕਲ ਆ, ਦੋਨੋਂ ਕਿਤਾਬਾਂ ਦੇ ਵਿੱਚ ਲਦਾਖ ਦੇ ਤਿੱਬਤ ਦੇ ਬਾਰੇ ਬਹੁਤ ਸੋਹਣੇ ਤਰੀਕੇ ਦੇ ਨਾਲ ਦਿੱਤਾ। ਪਰ ਜਿਹੜਾ ਇਹ ਵਾਲਾ ਸਾਨੂੰ ਕੁਐਸਚਨ ਆਇਆ, ਇਹ ਆਇਆ ਸਾਨੂੰ ਆ वाली 6वीं क्लास की पोलीटिकल दे विचों। मैं तुहानू पढ़ के सुनाउणी आ। ਇਹ ਕਹਿੰਦੇ देखो, कहते लद्दाख के रास्ते ही बौद्ध धर्म तिब्बत पहुंचा। लद्दाख को छोटा तिब्बत भी कहते हैं। करीब 400 साल पहले यहाँ पर लोगों का इस्लाम धर्म से परिचय हुआ और अब यहाँ अच्छी खासी संख्या में मुसलमान रहते हैं। लद्दाख में गानों और कविताओं का बहुत ही समृद्ध मौखिक संग्रह है। तिब्बत का गर्म केसर सागर लद्दाख ग्रंथ केसर सागर लद्दाख में काफी प्रचलित है। उसके स्थानीय रूप को मुसलमान और बौद्ध दोनों ही लोग गाते हैं और उस पर नाटक खेलते हैं। इत्थे साडा क्वेश्चन की आ, क्वेश्चन ये कहते हैं डैश के कारण लद्दाख को छोटा तिब्बत की कहते हैं। मतलब उन्हें कहा भी किहड़े कारणा करके लद्दाख नूं छोटा तिब्बत कहंदे आ। ऑप्शनां दित्तियां हीगियां जियोग्राफिकल प्रॉक्सी, रिलीजियस सिमिलैरिटी, लिंग्विस्टिकल सिमिलैरिटी ਜਾਂ सिमिलर कॉन्शियस। मतलब उन्हां दा खाण पीण दा पहरावा सेम आ, पहरावा सेम है, धार्मिक रीति रिवाज सेम आ। ते मेरे अकॉर्डिंगली जे आपां इस थ्योरी दे अकॉर्डिंग मान के चलीए ते इहदा आंसर आउणा ही ऑप्शन नंबर 2। चारे दी चारे चीजां ही इहदे कारण आ लद्दाख नूं छोटा तिब्बत कहण दी। उत्थों दी भूगोलिक सिमिलैरिटी भी, रिलीजियस सिमिलैरिटी भी, खाण पीण दी सिमिलैरिटी भी, उन्हां दे कल्चर दी सिमिलैरिटी भी तिब्बत दे नाल ये सारा कुछ लद्दाख दा मिलदा। इस ही करके लद्दाख नूं छोटा तिब्बत कहा जांदा वा। ए बी सी डी ऑप्शन नंबर 2 जिहड़ा वा इहदा आंसर आउणा सी सही, ठीक है। उस तो बाद अगले नंबर ते आ जाओ। अगला क्वेश्चन साडा हैगा वा, अगला क्वेश्चन ते कहंदे पृथ्वी पर उष्ण कटिबंधीय क्षेत्र सबसे अधिक ऊष्मा प्राप्त करते हैं क्योंकि ऑप्शन है गया वा दोपहर का सूर्य ठीक सिर से ऊपर होता है। याद करो आ देखो आ प्रॉपर डायग्राम 6वीं क्लास दी जियोग्राफी जदों मैं तुहानू करवाई सी, मैं पूरा सर्कल बना के दस्सिया सीगा इस तरीके दे नाल भी सेंटर च साडी भू मध्य रेखा वा, उपर साडे कर्क रेखा वा, नीचे साडे मकर रेखा वा ते आ जिहड़ा साडा एरिया वा ये उप उष्ण कटिबंधी खेतर आ, ठीक है। उप उष्ण कटिबंधी खेतर आ। ते फिर मैं तुहानू दस्सिया ही भी इत्थे सूरज दीयां किरनां सिद्धियां पैंदियां वा। दस्सिया सी कि नहीं दस्सिया सी, पता होगा तुहानू। हर एक वीडियो जिथों क्वेश्चन आया
ਇਸੇ ਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਪਿੰਨ ਕਰ ਰਹੀ ਆ, ਤੁਹਾਨੂੰ ਸਬੂਤ ਮਿਲ ਜੂਗਾ। ਮੈਂ ਦੱਸਿਆ ਸੀ ਇਹਦੀ ਰਾਈਟ ਆਪਸ਼ਨ ਆਉਣੀ ਸੀ ਆਪਸ਼ਨ ਨੰਬਰ ਏ, ਦੁਪਹਿਰ ਕੇ ਸੂਰਜ ਠੀਕ ਸਿਰ ਕੇ ਉੱਪਰ ਹੁੰਦਾ, ਮਤਲਬ ਕਿ ਦੁਪਹਿਰ ਦੇ ਸਮੇਂ ਸੂਰਜ ਜਿਹੜਾ ਵਾ ਬਿਲਕੁਲ ਸਿਰ ਦੇ ਉੱਤੇ ਹੁੰਦਾ ਵਾ। ਉਪ ਉਸ਼ਣ ਕਟਬੰਧੀ ਖੇਤਰ ਦੇ ਇਹ ਜਿਹੜੀ ਪਹਿਲੀ ਆਪਸ਼ਨ ਆ ਉਹ ਰਾਈਟ ਆਉਣੀ ਸੀ। ਉਸ ਤੋਂ ਬਾਅਦ ਅਗਲੇ ਕੁਐਸਚਨ ਤੇ ਆ ਜਾਓ। ਅਗਲਾ ਕੁਐਸਚਨ ਹੈਗਾ ਵਾ दादा भाई नौरोजी जो कि भारतीय राष्ट्रीय कांग्रेस के बड़े नेता थे, कभी भी भारतीय राष्ट्रीय कांग्रेस के अध्यक्ष नहीं बने। गलत कह रहा वा। वेखो अजे मैं तुहानू करवा रही सी 7वीं क्लास की हिस्टरी, फिर आपां जंप करना सी 8वीं क्लास की हिस्टरी ते। कराना ते सी ना, मैं तुहानू दस्सिया सी भी 8वीं की हिस्टरी दे विच साडी मॉडर्न हिस्टरी आ, 7वीं ਦੀ ਸਾਡੀ ਮੈਡੀਵਲ ਹਿਸਟਰੀ ਆ। ਜਦੋਂ ਅਸੀਂ 8ਵੀਂ ਕਲਾਸ ਦੀ ਐਨਸੀਈਆਰਟੀ ਪੜ੍ਹਦੇ ਆ, ਮੈਂ ਤਾਂ ਪੜ੍ਹੀ ਆ ਨਾ, ਮੈਂ ਤਾਂ ਤੁਹਾਨੂੰ ਵੀ ਕਰਵਾਉਣੀ, ਉਸ ਸੀਕੁਐਂਸ ਤੱਕ ਪਹੁੰਚੇ ਨਹੀਂ ਸੀ ਅਜੇ ਆਪਾਂ। ਪਰ ਇੱਥੇ ਗਲਤ ਕਹਿ ਰਿਹਾ ਵਾ। दादा भाई नौरोजी ਕਹਿੰਦੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਕਦੇ ਨੇਤਾ ਹੀ ਨਹੀਂ ਬਣੇ। बने क्यों नहीं सी? बने सी, पहली ऑप्शन गलत सी। फिर कहते यह व्यासी और प्रचारक थे, वे लंदन में रहते थे और कुछ समय के लिए ब्रिटिश संसद के सदस्य भी रहे। ਜਿਹੜੇ ਕਾਰਨ ਦਿੱਤਾ ਇਹਨਾਂ ਨੇ, ਜਿਹੜੀ ਦੂਜੀ ਆਪਸ਼ਨ ਆ ਉਹ ਸਹੀ ਹੈ, ਪਹਿਲੀ ਗਲਤ ਹੈ। ਇਹਦਾ ਆਪਸ਼ਨ ਆਉਣੀ ਸੀ ਦੂਜੇ, ਇਹ ਗਲਤ ਹੈ किंतु आर सही है। ਇਹ ਇਹਦੀ ਆਉਣੀ ਸੀ ਰਾਈਟ ਆਪਸ਼ਨ। ਠੀਕ ਹੈ, ਅਗਲੇ ਕੁਐਸਚਨ ਤੇ ਆ ਜਾਓ। हर एक क्वेश्चन एक्सप्लेन कर रही हूं, सीधे सीधे आंसर मैं भी लगा सकती सी, पर मेरा पढ़ाने का वो तरीका नहीं हैगा। ठीक है, फिर ये कहते हैं पहाड़ी क्षेत्रों में अब रेल मार्ग का विस्तृत निर्माण हो रहा है, अंत उपयुक्त कारण का चयन कीजिए। ये भी मैं करवाया, बस वेट सारा कुछ मैं करवाया तुहानू। एक मिनट, हाँ जी, आ देखो 7वीं क्लास की जियोग्राफी करवाई कि नहीं करवाई। एदा चैप्टर हैगा जे, साडा चैप्टर हैगा वा 7वां चैप्टर मानवीय पर्यावरण बस्तियां परिवहन एवं संचार करवाया सी ना, जिहदे विच जल मार्ग सड़क मार्ग मैं दस्सिया सी। देखो ਇਹਦੇ ਵਿੱਚ ਇਹਨਾਂ ने दस्सिया वा, कहंदे रेल मार्ग के द्वारा तीव्रता से एवं कम खर्च में लोगों का आवागमन अब भारी सामान को ढोने का कारण होता है। वर्ष के इंजन की खोज एवं औद्योगिक क्रांति ने रेल परिवहन के तीव्र विकास में सहायता प्रदान की। डीजल एवं विद्युत इंजनों ने व्यापक रूप से वाष्प के इंजनों का स्थान ले लिया है। सुपरफास्ट रेलगाड़ियों से परिवहन की गति और तीव्र हो गई है। मैदानी भागों में रेल मार्ग का जाल व्यापक रूप से फैला है। उन्नत प्रौद्योगिकी कौशल से दुर्गम पहाड़ी क्षेत्रों में भी रेल मार्ग बनाना संभव हो गया है। हुण आपां देखदे दा आंसर की बनदा। वेखो इन्हां ने कहा वा कि पहाड़ी क्षेत्रां दे विच रेल मार्ग दा निर्माण होया, कारण की? पहला ने दस्सिया पहाड़ी लोग रेल मार्ग को बना रहे हैं। गलत आ, पहाड़ी लोग थोड़ी बना रहे हैं, पहाड़ी लोग किद्दां बना सकते हैं। फिर इन्होंने क्या हुआ दूजी ऑप्शन, इसे संभव करने के लिए उन्नत प्रौद्योगिकी का विकास हुआ, यानी कि देयर आर एडवांस्ड टेक्नोलॉजिकल डेवलपमेंट टू इनेबल इट। मैं तुहानू इस पैरे दे विच की दस के गई, कहंदे कि पहला भाफ इंजन हुंदे सी, भाफ इंजन छड्ड के हुण टैक्नोलॉजी आ गई आ। टैक्नोलॉजी आउण करके पहाड़ी खेतरां दे विच भी रेल मार्ग जिहड़ा वा बहुत सोहणे तरीके दे नाल चल पिया वा। ते साडी राइट ऑप्शन आउणी सी ऑप्शन दूजी, इसे संभव करने के लिए उन्नत प्रौद्योगिकी का विकास हुआ। जिन्हां ने ऑप्शन लाई उन्हां दा आंसर बिल्कुल ही सही आ, उन्हां दा सही होया होगा जिन्हां ने मेरे नाल प्रॉपर रीडिंग कीती सी। ठीक है, उस तो बाद अगला क्वेश्चन हैगा वा, जेम्स मिल ने 1817 में आ हिस्ट्री ऑफ ब्रिटिश इंडिया 3 भागों में प्रकाशित किया। यानी कि जेम्स मिल, ठीक है, मतलब मैं तुहानू थ्योरी दस दी, ये भी क्वेश्चन जिहड़ा मैं करवाया होया वा। ठीक है, ये भी मैं तुहानू सारी दी सारी डिटेल जिहड़ी आ करवाई सी। ठीक है,
हाँ आ देखो ये हैगा वा चैप्टर साडा 1 मिनट नए राज और राजा मैं चैप्टर करवाई सी ना ਤੁਹਾਨੂੰ ਉਹਦੇ ਵਿੱਚ ਆ ਦੇਖੋ ਮੈਂ ਤੁਹਾਨੂੰ ਕਰਵਾਈ ਸੀ ਸਾਰੀ ਦੀ ਸਾਰੀ ਥਿਊਰੀ ਆ ਮੈਂ ਤੁਹਾਨੂੰ ਕਰਵਾਈ ਸੀ ਇਹਦੇ ਵਿੱਚ ਇਹਨਾਂ ਨੇ ਲਿਖਿਆ ਵਾ कहते 19वीं सदी के मध्य में अंग्रेजी इतिहासकारों ने भारत के इतिहास को 3 युगों में बांटा हिंदू मुस्लिम और ब्रिटिश यानी कि जेड़ा जेम्स मिल सी एक अंग्रेजी इतिहासकार सीगा ਇਹਦੀ ਇੱਕ ਬੁੱਕ ਸੀ ਦ ਹਿਸਟਰੀ ਆਫ ਬ੍ਰਿਟਿਸ਼ ਇੰਡੀਆ ਇਹਦੇ ਵਿੱਚ ਇਹਨੇ ਭਾਰਤ ਦੇ ਇਤਿਹਾਸ ਨੂੰ 3 ਕਾਲਾਂ ਦੇ ਵਿੱਚ ਵੰਡਿਆ ਸੀਗਾ ਠੀਕ ਆ ਪਹਿਲੀ ਆਪਸ਼ਨ ਬਿਲਕੁਲ ਸਹੀ ਆ मतलब कि 1817 ਦੇ ਵਿੱਚ ਜੇਮਸ ਮਿਲ ਦੀ ਬੁੱਕ ਪ੍ਰਕਾਸ਼ਿਤ ਹੁੰਦੀ ਆ ਦ ਹਿਸਟਰੀ ਆਫ ਬ੍ਰਿਟਿਸ਼ ਇੰਡੀਆ ਤੇ ਇਹਦੇ ਵਿੱਚ ਭਾਰਤ ਦੇ ਇਤਿਹਾਸ ਨੂੰ 3 ਭਾਗਾਂ ਦੇ ਵਿੱਚ ਵੰਡਦਾ ਪਰ ਦੂਜਾ ਇਹਨਾਂ ਨੇ ਕਿਹਾ ਵਾ ਕਿਹੜੇ ਕਿਹੜੇ ਕਾਲਾਂ ਦੇ ਵਿੱਚ ਵੰਡਦਾ ਪ੍ਰਾਚੀਨ ਮੱਧ ਤੇ ਆਧੁਨਿਕ ਇਹ ਗਲਤ ਆ ਜਦ ਕਿ ਜਿਹੜੇ ਉਹ 3 ਕਾਲਾਂ ਦੇ ਵਿੱਚ ਵੰਡਦਾ ਉਹ ਹੈਗੇ ਸੀ ਹਿੰਦੂ ਮੁਸਲਿਮ ਤੇ ਬ੍ਰਿਟਿਸ਼ ਸਾਡੀ ਦੂਜੀ ਆਪਸ਼ਨ ਗਲਤ ਸੀ ਪਹਿਲੀ ਸਹੀ ਸੀ ਇਹਦਾ ਰਾਈਟ ਆਪਸ਼ਨ ਆਉਣੀ ਸੀ ਪਹਿਲੀ ਇਹ ਸਹੀ ਹੈ ਕਿੰਤੂ ਆਰ गलत है यार मजा नहीं आया पेपर करके तानू इन्ना सोहना पेपर सी कल्ली कल्ली ऑप्शन बोल के कह रही सी भी मैं सही हाँ ठीक है देखो अगला क्वेश्चन जनजातियों को सांस्कृतिक परंपराएं जिसमें उनकी भाषा तथा संगीत भी शामिल है बहुत समृद्ध तथा विशिष्ट होती है जमीन जंगल घास के मैदान तथा पानी पूरे कुनबे की समाप्ति मानी जाती है जिनका उपयोग सभी एक साथ मिलजुल कर करते हैं जदों मैं तुहानू करवाया सीगा जनजातियां वाला कंसैप्ट ठीक है आ वेखो पंजवा इसे ही बुक का 5वां चैप्टर का नाम हैगा वा जनजातियां खाना बदोश और एक जगह बसे हुए समुदाय प्रॉपर पिक्चर भी दसियां वा इन्हां ने कहा भी ये जिहड़ियां जनजातियां वा ਜਦੋਂ ਇਹ ਜੰਗਲਾਂ ਦੇ ਵਿੱਚ ਰਹਿੰਦੀਆਂ ਵਾ ਬਹੁਤ ਹੀ ਮਿਲ ਜੁਲ ਕੇ ਰਹਿੰਦੀਆਂ ਇਹਦਾ ਜਿਹੜਾ ਦੂਜਾ ਕਾਰਨ ਇਹਨਾਂ ਨੇ ਦੱਸਿਆ ਕਿ ਜ਼ਮੀਨ ਜੰਗਲ ਘਾਸ ਕੇ ਮੈਦਾਨ ਤਥਾ ਪਾਣੀ ਪੂਰੇ ਕੁਨਬੇ ਕੀ ਸਮਾਪਤੀ ਮਾਨੀ ਜਾਂਦੀ ਹੈ ਯਾਨੀ ਕਿ ਉਹ ਇੱਕ ਥਾਂ ਤੋਂ ਦੂਜੇ ਸਥਾਨ ਜਾਂਦੇ ਜੇ ਜੰਗਲ ਖਤਮ ਹੋ ਜਾਂਦਾ ਵਾ ਸੜ ਜਾਂਦਾ ਜੇ ਉੱਥੇ ਉਹਨਾਂ ਨੂੰ ਪ੍ਰੋਪਰ ਬਰਾਸਮਤੀ ਨਹੀਂ ਮਿਲਦੀ ਤੇ ਉਹ ਇਕੱਠੇ ਹੋ ਕੇ ਦੂਸਰੀ ਜਗ੍ਹਾ ਚਲ ਜਾਂਦੇ ਜਨਜਾਤੀਆਂ ਤੋਂ ਇਹ ਜਿਹੜਾ ਸੀਗਾ ਬਿਲਕੁਲ AR ਦੀ ਸਹੀ ਵਿਆਖਿਆ ਕਰਦਾ ਸੀ ਤੇ ਤੀਜੀ ਆਪਸ਼ਨ ਇਹਦੀ ਰਾਈਟ ਆਪਸ਼ਨ ਆਉਣੀ ਸੀ ਅਗਲੇ ਕੁਐਸਚਨ ਤੇ ਆ ਜਾਓ 39 ਕੁਐਸਚਨ ਤੇ ਕਹਿੰਦੇ ਵੀ 1960 में द्विभाषी बंबई प्रांत को मराठी और गुजराती भाषी लोगों के लिए 2 अलग अलग राज्यों में बांटा गया 8वीं क्लास की हिस्ट्री ਦੇ ਵਿੱਚੋਂ ਜਿਹੜਾ ਵਾ ਇਹ क्वेश्चन पाया गया सी क्योंकि मॉडर्न हिस्ट्री है ठीक है फिर ये कहते 1966 में पंजाब का भी विभाजन 2 राज्यों में हुआ ਸਾਨੂੰ ਸਾਰਿਆਂ ਨੂੰ ਪਤਾ ਕਿ 1966 ਦੇ ਵਿੱਚ ਭਾਸ਼ਾ ਦੇ ਆਧਾਰ ਤੇ ਪੰਜਾਬ ਦੀ ਵੰਡ ਹੁੰਦੀ ਆ ਠੀਕ ਆ ਜਿਹੜਾ ਹਰਿਆਣਾ ਸੀ ਉਹਨੂੰ ਹਰਿਆਣਵੀ ਦੇ ਆਧਾਰ ਤੇ ਜਿਹੜਾ ਵੰਡ ਦਿੱਤਾ ਜਾਂਦਾ ਪੰਜਾਬ ਨੂੰ ਪੰਜਾਬੀ ਦੇ ਦਿੱਤੀ ਜਾਂਦੀ ਆ ਇਸ ਤਰੀਕੇ ਦੇ ਨਾਲ ਪਰ ਇਹ ਜਿਹੜਾ ਵਾ ਕਿਤੇ ਨਾ ਕਿਤੇ ਸਹੀ ਵਿਆਖਿਆ ਨਹੀਂ ਸੀ ਕਰਦਾ ਕਿਉਂ ਕਿਉਂਕਿ ਆਪਾਂ ਵੇਖਣਾ ਹੁੰਦਾ ਵੀ ਪਹਿਲਾ ਕਾਰਨ ਜਿਹੜਾ ਵਾ ਉਹ ਰੀਜ਼ਨ ਦੇ ਨਾਲ ਜਿਹੜਾ ਵਾ ਉਹ ਮਤਲਬ ਜਿਹੜਾ ਕਥਨ ਆ ਕਾਰਨ ਦੇ ਨਾਲ ਰਿਲੇਟ ਕਰ ਰਿਹਾ ਕਿ ਨਹੀਂ ਕਰ ਰਿਹਾ ਕਿਉਂਕਿ ਨੀਚੇ ਤਾਂ ਪੰਜਾਬ ਤੇ ਹਰਿਆਣਾ ਦੀ ਗੱਲ ਹੋ ਰਹੀ ਨਾ ਤੇ ਉੱਪਰ ਗੱਲ ਹੋ ਰਹੀ ਆ ਬੰਬਈ ਤੇ ਮਰਾਠੀ ਤੇ ਗੁਜਰਾਤੀ ਦੀ ਜਿਹੜੇ ਪੁਆਇੰਟ ਨੇ ਉਹ ਦੋਨੋਂ ਹੀ ਸਹੀ ਨੇ ਆਪੋ ਆਪਣੀ ਜਗ੍ਹਾ ਦੋਨੋਂ ਹੀ ਸਹੀ ਨੇ ਪਰ ਇੱਕ ਦੂਜੇ ਦੀ ਵਿਆਖਿਆ ਥੋੜੀ ਕਰਦੇ ਆ ਜੇਕਰ ਪੰਜਾਬ ਦੀ ਗੱਲ ਹੋ ਰਹੀ ਤੇ ਉਹ ਆਪਣੇ ਸਥਾਨ ਤੇ ਉਹ ਬਿਲਕੁਲ ਸਹੀ ਗੱਲ ਹੋ ਰਹੀ ਹੈ ਪਰ ਉੱਪਰ ਵਾਲੇ ਦੀ ਵਿਆਖਿਆ ਥੋੜੀ ਕਰ ਰਿਹਾ ਉੱਪਰ ਵਾਲਾ ਕਨਸੈਪਟ ਤਾਂ ਲੱਗ ਰਿਹਾ ਗਿਆ ਇਹਦੀ ਰਾਈਟ ਆਪਸ਼ਨ ਆਉਣੀ ਸੀ चौथी दोनों AR सही है किंतु RA की सही व्याख्या नहीं करता ठीक है अगले क्वेश्चन पे आ जाओ अगला क्वेश्चन साडा हैगा वा 1770 में बंगाल में एक भयानक अकाल ने लगभग 1 करोड़ लोगों को मार डाला 1770 ਦੇ ਵਿੱਚ ਬੰਗਾਲ ਦੇ ਵਿੱਚ ਇੱਕ ਅਕਾਲ ਪਿਆ ਸੀ ਜਿਹਦਾ ਕਰਕੇ ਇਹ ਕਹਿੰਦੇ ਆ ਕਿ ਕਾਫੀ ਲੋਕ ਜਿਹੜੇ ਆ 1 ਕਰੋੜ ਦੇ ਲਗਭਗ ਲੋਕ ਜਿਹੜੇ ਮਰ ਗਏ ਕਹਿੰਦੇ ਇਸ ਅਕਾਲ ਵਿੱਚ ਬੰਗਾਲ की 1/3 आबादी खत्म हो गई A और B दोनों ही सही है ठीक है ਇਹ ਆਪਣਾ ਹੈਗਾ ਸੀਗਾ ਕਨਸੈਪਟ 1 ਮਿੰਟ ਆ ਦੇਖੋ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਕਿਹੜੀ ਬਿਮਾਰੀ ਫੈਲੀ ਕੀ ਹੋਇਆ ਇਹ ਹੈਗੀ ਆ 8ਵੀਂ ਕਲਾਸ ਦੀ ਪੋਲੀਟੀਕਲ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਕਹਿੰਦੀ ਮੇਰੀਆਂ ਕੱਲੀਆਂ ਗੱਲਾਂ ਤੁਹਾਨੂੰ ਚੇਤੇ ਹੋਣਗੀਆਂ ਜਿਨ੍ਹਾਂ ਨੇ ਮੇਰੀਆਂ ਪਹਿਲਾਂ ਹੀ ਵੀਡੀਓ ਦੇਖੀਆਂ ਮੈਂ ਕਹਿੰਦੀ ਵੀ ਆਰਟੀਕਲਾਂ ਨੂੰ ਘੋਟੇ ਨਾ ਲਾਈ ਜਾਓ NCERT ਦੀ ਪੋਲੀਟੀਕਲ ਜ਼ਰੂਰ ਪੜ੍ਹ ਕੇ ਜਾਓ
ਕਿਉਂਕਿ ਪੋਲੀਟੀਕਲ ਦੇ ਵਿੱਚੋਂ ਸਾਨੂੰ ਟੇਢੇ ਜਿਹੇ ਕੁਐਸਚਨ ਮਿਲਦੇ ਆ। ਮੈਂ ਕਹੀ ਸੀ ਨਾ ਇਹ ਗੱਲ, ਤੇ ਉਹੀ ਚੀਜ਼ ਹੋਈ। ਇਹ ਕੁਐਸਚਨ ਜਿਹੜਾ ਵਾ ਸਾਨੂੰ ਭੂਗੋਲ, ਗੈਸ ਤਰਾਸਦੀ, ਇੱਕ ਕਨਸੈਪਟ ਆਉਂਦਾ ਵਾ ਕਾਨੂੰਨ ਔਰ ਸਮਾਜਿਕ ਨਿਆਂ, ਇਸੇ ਕਨਸੈਪਟ ਦੇ ਵਿੱਚੋਂ ਇਹ ਕੁਐਸਚਨ ਜਿਹੜਾ ਵਾ ਪੁੱਛਿਆ ਗਿਆ ਸੀਗਾ। ਤੇ ਇਹ ਦੋਨੋਂ ਹੀ ਸਹੀ ਸੀ, ਕਿਉਂਕਿ ਬੰਗਾਲ ਦੀ ਜਦੋਂ ਇਹ ਮਤਲਬ ਕਿ ਭਿਆਨਕ ਅਕਾਲ ਪਿਆ, ਬੰਗਾਲ ਦੇ ਵਿੱਚ 1 ਕਰੋੜ ਜਨਸੰਖਿਆ ਖਤਮ ਹੋਈ। ਕਹਿੰਦੇ 1/3 ਆਬਾਦੀ ਲਗਭਗ ਖਤਮ ਹੋ ਗਈ ਸੀ ਇਸ ਅਕਾਲ ਦੇ ਕਾਰਨ। ਠੀਕ ਹੈ, ਦੋਨੋਂ ਹੀ ਆਪਸ਼ਨਾਂ ਜਿਹੜੀਆਂ ਇਹਦੀਆਂ ਬਿਲकुल सही सी। पेरिया पूर्णम एक तमिल कृति हमें किसके बारे में जानकारी देती है? साधारण पुरुषों और महिलाओं के बारे में। पेरिया पूर्णम याद करो। पेरिया पूर्णम मतलब मैं ਤੁਹਾਨੂੰ ਦੱਸਿਆ ਸੀ ਨਾ, ਜਿਹੜੇ ਬੱਚੇ ਮੈਨੂੰ ਕਹਿੰਦੇ ਸੀ ਕਿ ਦੀਦੀ ਤੁਹਾਡੀ ਕਰਵਾਈ ਹੋਈ ਥਿਊਰੀ ਦੇ MCQ ਕਿੱਥੋਂ ਲਾਈਏ, ਤੇ ਮੈਂ ਇਹ ਕਿਹਾ ਵੀ ਮੇਰੇ ਕੋਲ ਤੇ ਹੁਣ ਡਿਜੀਟਲ ਸਕਰੀਨ ਹੈ ਨਹੀਂ ਆ। ਟੀਚਿੰਗ ਮੇਰੀ ਤੁਹਾਨੂੰ ਪਤਾ ਵੀ ਕਿੰਨੀ ਵਧੀਆ SST ਦੀ। ਮੈਂ ਉਹਨਾਂ ਨੂੰ ਕਿਹਾ ਸੀ ਕਿ ਮੇਰੇ ਜਿਹੜੇ CTET ਦੇ ਆਈਡੀਅਲ ਟੀਚਰ ਰਹੇ ਨੇ ਉਹ ਮੇਰੇ ਰਹੇ ਨੇ ਅਨੁਪਮ ਸਰ। ਮੈਂ ਤੁਹਾਨੂੰ ਕਿਹਾ ਸੀ ਕਿ ਜੇਕਰ ਤੁਸੀਂ ਮੇਰੀ ਕਰਵਾਈ ਹੋਈ ਥਿਊਰੀ ਦੇ MCQ ਲਾਉਣਾ ਚਾਹੁੰਦੇ ਜੇ ਤੇ ਤੁਸੀਂ ਅਨੁਪਮ ਸਰ ਦੀਆਂ ਕਲਾਸਾਂ ਲਾ ਸਕਦੇ ਜੇ। ਜਿਨ੍ਹਾਂ ਨੇ ਮੇਰੇ ਕਹੇ ਤੇ ਅਨੁਪਮ ਸਰ ਦੀਆਂ ਕਲਾਸਾਂ ਲਾਈਆਂ। पेरिया पूर्णम बारे उन्होंने बहुत सोहने तरीके दे नाल MCQ करवाए सी। पेरिया पूर्णम दा MCQ अनुपम सर दा ही करवाया होया सी, जिहदे विचों इह क्वेश्चन जिहड़ा सानू आया सीगा। ਇਹਦੀ राइट ऑप्शन आनी है पहली साधारण पुरुषों और महिलाओं के बारे में। ठीक है, ਇਹਦੀ राइट ऑप्शन सी। उस तो बाद अगले क्वेश्चन ते आ जाओ। कहते 7वीं शताब्दी के प्रारंभ में निम्नलिखित में से किस विचार पर लोगों ने सवाल उठाना शुरू कर दिया? याद करो, जदों मैं तुहानू मिहाज सिराज बारे दस्सिया सी। मिहाज सिराज कौन सी? एक इतिहासकार सी। एक इतिहासकार सी। इन्हां ने ਇਹ ਕੀ ਸੀ? ਇਹ ਨਾ ਮਤਲਬ रूढ़ीवादी धारणा जियां बड़ियां रखदे सी। इसे ने ही तां ਜਿਹੜੀ रजिया सुल्ताना सी ਉਹਨੂੰ 4 साल बाद ही ਗੱਦੀ ਤੋਂ ਇਹਨਾਂ ਨੇ ਲਾਤਾ ਸੀਗਾ ਕਿ ਮਹਿਲਾ ਔਰਤ ਜਿਹੜੀ ਆ ਉਹ ਸ਼ਾਸਨ ਨਹੀਂ ਕਰ ਸਕਦੀ। ਕਹਿੰਦੇ ਕਿ 7ਵੀਂ ਸ਼ਤਾਬਦੀ में ਲੋਕਾਂ ਨੇ ਕਿਹੜੀ ਗੱਲ ਤੇ ਸਵਾਲ ਕਰਨਾ ਸ਼ੁਰੂ ਕਰ ਦਿੱਤਾ? ਇਹਦੀ राइट ऑप्शन आनी सी दूजी, सामाजिक विशेषाधिकार किसी का जन्म का परिणाम है। यानी कि ਇਹ सवाल इन्होंने करना शुरू कर दिता कि राजा दा मुंडा ही राजा बनूगा, राजा दा पुत्र ही राजा बनूगा, दूजा कोई होर नहीं बन सकता। ਇਹਦੀ राइट ऑप्शन आनी सी दूजी। अगले क्वेश्चन पे आ जाओ। पृथ्वी के चारों ओर फैली वायु की पतली परत को वायुमंडल कहते हैं। क्या चीज वायु को पृथ्वी के चारों ओर बनाई रखती? ग्रेविटी। दस्सिया सी ना मैं जदों तुहानू आ देखो 6वीं क्लास की जियोग्राफी 1 लाइनर क्वेश्चन करवाए सी ना, ਉਹਦੇ ਵਿੱਚ मैं करवाया सी मतलब ਜਿਹੜੀ ਗ੍ਰੈਵਿਟੀ ਆ मतलब फोर्स आ ਜਿਹੜੀ ਉਹਦੀ ਸਾਡੀ ਧਰਤੀ ਦੀ ਇੰਟਰਨਲ ਗ੍ਰੈਵਿਟੇਸ਼ਨਲ ਜਿਹੜੀ ਉਹਦੀ फोर्स ਆ ਉਹਦੀ ਵਜ੍ਹਾ ਕਰਕੇ ਤੇ ਵਾਯੂ ਜਿਹੜੀ ਆ ਉਹਦੇ ਆਸ-ਪਾਸ ਬਣੀ ਰਹਿੰਦੀ ਆ। तीजी ऑप्शन ਇਹਦੀ सही आनी सी। अगले क्वेश्चन पे आ जाओ। निम्नलिखित में से कौन सा कथन वर्तमान समय के संसाधन उपलब्धता के संदर्भ में साथ सतत पोषणीय विकास में सहायता करता है? मतलब ਇੱਥੇ मैं ਤੈਨੂੰ ਕਰਵਾਇਆ ਸੀਗਾ ਕਿੱਥੇ ਗਿਆ? ਆ ਵੇਖੋ ਥੋੜੇ ਦਿਨ ਹੀ ਹੋਏ, 4-5 ਦਿਨ ਵੀ ਨਹੀਂ ਹੋਏ। ਜਦੋਂ ਆ 8ਵੀਂ ਕਲਾਸ ਦੀ 7ਵੀਂ ਕਲਾਸ ਦੀ ਜਿਓਗ੍ਰਾਫੀ ਕੰਪਲੀਟ ਕਰਨ ਤੋਂ ਬਾਅਦ ਮੈਂ ਤੁਹਾਨੂੰ ਸੀਗੀ 7ਵੀਂ ਕਲਾਸ ਦੀ ਜਿਓਗ੍ਰਾਫੀ। ਇਹ ਕੰਪਲੀਟ ਕਰਨ ਤੋਂ ਬਾਅਦ ਮੈਂ ਤੁਹਾਨੂੰ ਕਰਵਾਈ ਸੀ 8ਵੀਂ ਕਲਾਸ ਦੀ ਜਿਓਗ੍ਰਾਫੀ, ਜਿਹਦਾ ਪਹਿਲਾ ਚੈਪਟਰ ਹੈਗਾ ਹੀ ਸੰਸਾਧਨ। ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕੋਈ ਸੰਸਾਧਨ मतलब ਸਾਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਕੋਈ ਪ੍ਰਕਿਰਤਿਕ ਸੋਰਸ ਜਿਹੜੇ ਉਹ ਖਤਮ ਹੋ ਰਹੇ ਆ ਤੇ ਅਸੀਂ ਉਹਨਾਂ ਦੀ पूरी तरह वरतों बंद तो नहीं ना कर सकते, फिर तो साडा जीवन खतरे विच पै जाऊगा। ठीक है, इन्होंने कहा भी किहड़े मतलब कि जिहड़े ये संसाधन आ उन्हां दी संभाल वास्ते उन्हां दे विकास वास्ते किहड़े-किहड़े पॉइंट हेल्प कर सकदे आ। पहला इन्होंने कहा ही संसाधनों की खपत को घटाना। हाँ, घटा तां सकदे आ, सही आ। संसाधनों के उपयोग में वृद्धि मतलब वेखो कह रहे आ भी जिहड़े संसाधन आ उन्हां दी वध तों वध वरतों करो। इदा तो नहीं ना कर सकते, इदा विकास थोड़ी होगा, इदा तो खत्म हो जाएंगे। दूजी ऑप्शन गलत जाती है। संसाधनों का पुनर्चक्रण, हाँ ये भी सही है। वस्तुओं को पुनर उपयोग, हाँ वस्तुओं का असीं दोबारा प्रयोग कर सकते हैं। सिर्फ बी ऑप्शन गलत सी। असीं इहदे विच चुनना सी ए सी ते डी ऑप्शन। ए सी ते डी ऑप्शन। तीजी ऑप्शन इहदी जिहड़ी सही आनी सी 44 नंबर क्वेश्चन दी तीजी ऑप्शन जिहड़ी आ वो सही आनी ही ओ बुकलेट कोड दे अकॉर्डिंग। ठीक है, उस तो बाद अगले क्वेश्चन पे आ जाओ। अगला क्वेश्चन है हिंदुस्तान सोशलिस्ट रिपब्लिकन एसोसिएशन के बारे में निम्नलिखित में से कौन सा कथन सही है?
मैं तुहानूं दस्सिया सीगा 8वीं क्लास दी आपां ते 8वीं क्लास दी NCERT दी जिहड़ी हिस्टरी आ ਉਹਦੇ ਤੇ ਆਪਾਂ ਜੇ ਜਾਣਾ ਸੀ ਪਹੁੰਚਣਾ ਸੀ ਠੀਕ ਆ ਟਾਈਮ ਨਹੀਂ ਮਿਲਿਆ ਕਿਉਂਕਿ ਮੇਰੇ ਘਰ ਦੇ ਵਿੱਚ ਕੋਈ ਪ੍ਰੋਬਲਮ ਹੋ ਗਈ ਜਿਹਦੀ ਵਜ੍ਹਾ ਕਰਕੇ ਮੈਂ ਕੰਟੀਨਿਊ ਨਹੀਂ ਰੱਖ ਪਾਈ ਸੀ ਪਰ ਜੋ ਇੱਕ ਮੈਂ ਮੈਥਡ ਲੈ ਕੇ ਚੱਲ ਰਹੀ ਸੀ ਉਹ ਸਾਰੇ ਹੀ ਕੁਐਸਚਨ ਮੇਰੇ ਕਰਵਾਏ ਹੋਏ ਮੈਥਡ ਦੇ ਵਿੱਚੋਂ ਹੀ ਚੱਲ ਰਹੇ ਆ ਠੀਕ ਆ ਵੇਖੋ ਇਹਦੇ ਵਿੱਚ ਕਿਆ ਮਤਲਬ ਜਿਹੜੀ ਸਾਡੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਸੀਗੀ ਇਹ ਜਿਹੜੀ ਸੀਗੀ ਇਹਦੇ ਵਿੱਚ ਕੀ ਹੋਇਆ ਸੀਗੀ 1928 में पंजाब के अमृतसर में इसकी स्थापना हुई गलत पंजाब ਦੇ ਵਿੱਚ ਸਥਾਪਨਾ ਨਹੀਂ ਸੀ ਹੋਈ ਇਹਦੀ ਸਥਾਪਨਾ ਹੋਈ ਸੀ 1928 ਦੇ ਵਿੱਚ ਦਿੱਲੀ के फिरोजाबाद कोटला में इसकी स्थापना हुई सी ਇਹ ऑप्शन सही सी चौथी ऑप्शन सही सी भगत सिंह और उनके क्रांतिकारी साथियों ने इसकी स्थापना की ये भी सही है SHR के सदस्यों ने सैंडर्स नामक पुलिस अफसर की हत्या की तीन नीचे वालियां तीनों ही ऑप्शन सही आ पर ਜਿਹੜੀ ਇਹ ਪਹਿਲੀ ਆਪਸ਼ਨ ਕਹਿ ਰਹੇ ਆ ਕਿ 1928 ਵਿੱਚ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਇਹਦੀ ਸਥਾਪਨਾ ਹੀ ਗਲਤ ਆਈ ਆਪਸ਼ਨ ਫਿਰੋਜ਼ਾਬਾਦ ਦੇ ਵਿੱਚ ਹੋਈ ਤਾਂ 1928 ਦੇ ਵਿੱਚ ਹੀ ਪਰ ਫਿਰੋਜ਼ਾਬਾਦ ਦੇ ਵਿੱਚ ਹੋਈ ਸੀ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਕੀਤੀ ਸੀ ਅੰਗਰੇਜ਼ੀ ਅਫਸਰ ਸੈਂਡਰਸ ਨੂੰ ਮਾਰਿਆ ਸੀ ਇਹਨਾਂ ਨੇ ਕਲੀਅਰ ਤੇ ਪਹਿਲੀ ਆਪਸ਼ਨ ਇਹਦੀ ਗਲਤ ਜਾਣੀ ਹੈ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਕਿਹੜਾ ਆਪਸ਼ਨ ਗਲਤ ਆ ਜਿਹੜੀ ਨੈਗੇਟਿਵ ਆਪਸ਼ਨ ਆ ਉਹ ਇਹਦੇ ਵਿੱਚ ਆਪਾਂ ਨੇ ਚੁਣਨੀ ਸੀ ਅਗਲੇ ਕੁਐਸਚਨ ਤੇ ਆ ਜਾਓ अगला क्वेश्चन है हमारी पृथ्वी का वास्तविक निरूपक प्रतिरूप क्या है मतलब 6वीं क्लास की बुक देखो कितना सौखा क्वेश्चन पूछा सी ग्लोब 6वीं क्लास की जियोग्राफी ते दूजा चैप्टर है ग्लोब की है द मॉडल ऑफ अर्थ ठीक है दूजी ऑप्शन यदि सही होनी सी उस तो बाद अगला क्वेश्चन है रूढ़िवादी धारणाएं लोगों को ऐसे काम करने से रोकती हैं जिनमें वह अच्छे हैं मतलब इस लाइन का मतलब पता की है उन्होंने घुमा फरा के लिखा हुंदा वा हैगा कुछ नहीं हुण मान लो मैं SST करवा रही हाँ वो एक बंदा उठ के कवे मतलब वैसे ही वो मन दे विच ओहदी धारणा ही ओहदे बन गई उन्हें सोच लिया भी नहीं भी सरब तो SST वधिया नहीं करवांदी एवें ही आ उन्हें दूजे बंदे नूं कहा दूजे ने यकीन कर लिया दूजे ने तीजे नूं कहा यकीन कर लिया मतलब मैं चाहे करवाउण च चंगी आ पर एक धारणा बन गई एक रूढ़ीवाद धारणा बन गई जिहदे विच मैं चंगी हाँ पर उहदे विरुद्ध धारणा बन गई कहते रूढ़ीवाद धारणाएं हमें व्यक्ति में अनोखे गुणों और कौशल को देखने से रोकती है तथा उन्हें एक ही प्रकार के खांचे में जड़ देती है ठीक है एदी राइट ऑप्शन होनी बिल्कुल है तीजी ऑप्शन ए और आर दोनों सही है तथा आर ए की सही व्याख्या भी करता है ठीक है अगले क्वेश्चन पे आ जाओ अगला क्वेश्चन हैगा वा पवन सड़क पर गिरी सूखी पत्तियों को उड़ाती है मान लो आ सड़क आ हवा आ रही आ ਇੱਥੇ ਕੋਈ ਸੁੱਕੀਆਂ ਪੱਤੀਆਂ ਪਈਆਂ ਤੇ ਉਹ ਉਡਾ ਕੇ ਇਹਨਾਂ ਨੂੰ ਲੈ ਜਾਂਦੀ ਆ ਇਹਦਾ ਮਤਲਬ ਇਹ ਯਾਦ ਕਰੋ ਆ ਰਹੀ 7ਵੀਂ ਕਲਾਸ ਦੀ ਜਿਓਗ੍ਰਾਫੀ ਮੈਂ ਤੁਹਾਨੂੰ ਚੈਪਟਰ ਵੀ ਕੱਢ ਕੇ ਦੱਸਦੀ ਆ ਇਹਦਾ ਸ਼ਾਇਦ ਆਪਣਾ ਚੈਪਟਰ ਹੈਗਾ ਸੀਗਾ ਵਾਯੂ ਵਾਲਾ ਚੈਪਟਰ ਹਾਂ ਆ ਦੇਖੋ ਚੌਥਾ ਚੈਪਟਰ ਵਾਯੂ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਜਿਹੜੀ ਹਵਾ ਵਾ ਪਵਨ ਆ ਉਹ ਹਮੇਸ਼ਾ ਉੱਚ ਦਾਬ ਤੋਂ ਘੱਟ ਵਾਯੂ ਦਾਬ ਵੱਲ ਚੱਲਦੀ ਮੈਂ ਕਰਵਾਇਆ ਸੀ ਇਹ ਵੀ ਕਨਸੈਪਟ ਸੋ ਇਹਦੀ ਰਾਈਟ ਆਪਸ਼ਨ ਜਿਹੜੀ ਆ ਉਹ ਹੋਣੀ ਸੀ ਉੱਚ दाब क्षेत्र से निम्न दाब क्षेत्र की ओर वायु की गति तीजी ऑप्शन ਇਹਦੀ ਸਹੀ ਹੋਣੀ ਸੀ ਉਸ ਤੋਂ ਬਾਅਦ ਚੌਥੀ ਆਪਸ਼ਨ ਜਿਹੜੀ ਸਾਡੇ ਅਗਲਾ क्वेश्चन ਜਿਹੜਾ ਸਾਡਾ ਹੈਗਾ ਵਾ वेद समाज की स्थापना 1864 में मद्रास में हुई बिल्कुल सही है बिल्कुल सही है ਜਿਹੜਾ वेद समाज ਆ ਉਹਦੀ ਸਥਾਪਨਾ ਮद्रास ਦੇ ਵਿੱਚ ਹੀ ਹੁੰਦੀ ਆ 1864 ਦੇ ਵਿੱਚ वेद समाज आर्य समाज से प्रेरित था गलत आर्य समाज तो नहीं ब्रह्म समाज से प्रेरित था ठीक है ਇਹਦੀ ਹੋਣੀ ਆ ਇਹਦੀ राइट ऑप्शन होनी आ पहली ए सही है किंतु बी गलत है ਜਿਹੜਾ वेद समाज है ब्रह्म समाज तो प्रभावित सीगा ना कि आर्य समाज तो ठीक है उस तो बाद अगले क्वेश्चन पे आ जाओ भारतीय उपमहाद्वीप में गंगा ब्रह्मपुत्र बेसिन की व्याख्या करने वाले कथन का चयन कीजिए मतलब अंदरों खुशी हो रही है मैनू यार मतलब ਜਿਹੜਾ ਬੰਦਾ ਮਿਹਨਤ ਕਰਦਾ ਨਾ ਉਹਨੂੰ ਖੁਸ਼ੀ ਹੁੰਦੀ ਆ ਯਾਦ ਕਰੋ ਕਿੰਨੇ ਸੋਹਣੇ ਸੋਹਣੇ ਕਨਸੈਪਟ ਮੈਂ ਦੋ ਤੁਹਾਨੂੰ ਕਰਵਾਏ ਹੀ ਜਿਹਦੇ ਵਿੱਚ ਤੁਹਾਡੇ ਕਮੈਂਟ ਆਏ ਕਿ ਦੀਦੀ ਬਹੁਤ ਇੰਟਰਸਟਿੰਗ ਆ ਐਮਾਜ਼ਨ ਬੇਸਿਨ में जीवन है गंगा ब्रह्मपुत्र बेसिन में जीवन करवाया सी ना जिन्हां ने कीता जिन्हां ने मेरियां वीडियो देखियां उन्हां नूं पता वा हुण मैनूं बुक चक के भी दिखाउण दी लोड़ नहीं आ पिया गंगा ब्रह्मपुत्र बेसिन दे विचों आया कनसैप्ट मैं दस्सिया सी कि गंगा ब्रह्मपुत्र बेसिन दे विच साडे इलाके आउंदे आ
ਸਾਡੇ ਇਲਾਕੇ ਮਾਨਸੂਨੀ ਆ, ਸਾਡੇ ਗਰਮੀ ਵੀ ਆਉਂਦੀ ਆ, ਸਰਦੀ ਵੀ ਆਉਂਦੀ ਆ, ਠੀਕ ਆ। ਇਸੇ ਹੀ ਕਰਕੇ ਤਾਂ ਸਾਡੇ ਹਰ ਇੱਕ ਪ੍ਰਕਾਰ ਦੀ ਫਸਲ ਜਿਹੜੀ ਆ ਪੈਦਾ ਹੁੰਦੀ ਆ। ਤੇ ਭਾਰਤ ਵੀ ਗੰਗਾ ਬ੍ਰਹਮਪੁੱਤਰ ਬੇਸਿਨ ਦਾ ਹਿੱਸਾ ਵਾ, ਜਿਹਦੇ ਕਰਕੇ ਇੱਥੇ ਐਗਰੀਕਲਚਰ ਸਿਸਟਮ ਜਿਹੜਾ ਬਹੁਤ ਵਧੀਆ ਵਾ। ਪਰ ਜਿਹੜੀ ਇਹਨਾਂ ਨੇ ਪਹਿਲੀ ਆਪਸ਼ਨ ਦੱਸੀ ਸੀ, ਇਸ ਪ੍ਰਦੇਸ਼ ਵਿੱਚ ਸ਼ੰਕੂਧਾਰੀ ਵਨ ਮਤਲਬ ਨੁਕੀਲੇ ਪੱਤਿਆਂ ਵਾਲੇ ਵਨ ਜਿਹੜੇ ਆ ਉਹ ਕਿੱਥੇ ਆ? ਉਹ ਐਮਾਜ਼ੋਨ ਬੇਸਿਨ ਦੇ ਵਿੱਚ ਆ, ਨਾ ਕਿ ਗੰਗਾ ਬ੍ਰਹਮਪੁੱਤਰ ਬੇਸਿਨ ਦੇ ਵਿੱਚ। ਸ਼ੰਕੂਧਾਰੀ ਵਣ ਉੱਥੇ ਹੁੰਦੇ ਆ ਜਿੱਥੇ ਸੂਰਜ ਦੀਆਂ ਬਿਲਕੁਲ ਧੁੱਪ ਨਹੀਂ ਪੈਂਦੀ, ਜਿੱਥੇ ਸਾਰਾ ਸਾਲ ਬਰਫ਼ ਪੈਂਦੀ ਰਹਿੰਦੀ ਆ। ਧੁਰੀਆਂ ਦੀ ਗੱਲ ਹੋ ਰਹੀ ਸੀ, ਪਹਿਲੀ ਆਪਸ਼ਨ ਸਰਾਸਰ ਗਲਤ ਸੀ। ਜਿਨ੍ਹਾਂ ਨੇ ਮੇਰੇ ਊਸ਼ਣ ਕਟਿਬੰਧੀ ਸ਼ੰਕੂਧਾਰੀ ਵਣ ਸਾਰਾ ਕਨਸੈਪਟ ਮੇਰੇ ਤੋਂ ਸਮਝਿਆ ਸੀ, ਉਹ ਬਿਲਕੁਲ ਸਹੀ ਕਰਕੇ ਆਏ ਹੋਣਗੇ। ਇਹਦੀ ਰਾਈਟ ਆਪਸ਼ਨ ਆਉਣੀ ਸੀ ਚੌਥੀ BCD। ਜਿਹੜੀ ਆਪਸ਼ਨ ਦੇ ਵਿੱਚ A ਪਿਆ ਸੀ ਉਹ ਕੱਟ ਦੇਣਾ ਸੀ, ਜਿੱਥੇ ਆਉਂਦਾ ਸੀ BCD ਉਹ ਆਪਸ਼ਨ ਸਹੀ ਲਗਾ ਕੇ ਆਉਣੀ ਸੀ। ਤੇ ਚੌਥੀ ਆਪਸ਼ਨ ਇਹਦੀ ਬਿਲਕੁਲ ਹੀ ਸਹੀ ਸੀ, ਠੀਕ ਹੈ। ਬਹੁਤ ਮਜ਼ਾ ਆ ਰਿਹਾ, ਬਹੁਤ ਮਜ਼ਾ ਤਾਂ ਆਉਂਦਾ ਹੀ ਆ ਜਦੋਂ ਮਿਹਨਤ ਕੀਤੀ ਹੋਵੇ ਤੇ ਮਿਹਨਤ ਗਾੜੀ ਦਿਸਦੀ ਆ ਵੀ ਆਹ ਦੇਖੋ ਤੁਹਾਡਾ ਰਿਜ਼ਲਟ, ਤੇ ਫਿਰ ਮਜ਼ਾ ਤੇ ਆਉਂਦਾ ਹੀ ਆ, ਠੀਕ ਹੈ। ਵੇਖੋ ਅਗਲਾ ਕੁਐਸਚਨ ਹੈਗਾ ਵਾ, क्या चीज किसी वस्तु अथवा पदार्थ को संसाधन बनाती है? यूटिलिटी एंड असिबिलिटी, मतलब कि कोई चीज साधन कदों बन जाती। दस्या सी ना, किथे गई बुक? नहीं 8वीं क्लास दी, किथे गई बुक 8वीं क्लास दी जियोग्राफी। हाँ आ देखो, कन्फ्यूज ही होगी ना, मतलब खुशी है नहीं हो रही। 8वीं क्लास की जियोग्राफी का पहला चैप्टर संसाधन, किन्ने चैप्टर इस किन्ने क्वेश्चन इस चैप्टर ਦੇ ਵਿੱਚੋਂ ਪਾਏ ਹੋਏ ਆ। ਦੂਜਾ क्वेश्चन ਸੰਸਾਧਨਾਂ ਵਾਲਾ ਆ ਗਿਆ। ਕਹਿੰਦੇ ਵੀ ਮੈਂ ਤੁਹਾਨੂੰ ਦੱਸਿਆ ਸੀ ਨਾ, ਯਾਦ ਕਰੋ ਮੇਰਾ ਪੁਆਇੰਟ ਉਸ ਕਲਾਸ ਦੇ ਵਿੱਚ ਬੋਲਿਆ ਹੋਇਆ। ਮੈਂ ਕਿਹਾ ਸੀ ਵੀ ਕੋਈ ਚੀਜ਼ ਸੰਸਾਧਨ ਕਦੋਂ ਬਣਦੀ ਆ? ਜਦੋਂ ਅਸੀਂ ਉਹਨੂੰ ਉਪਯੋਗ ਕਰਾਂਗੇ, ਉਹਦੀ ਵਰਤੋਂ ਕਰਾਂਗੇ। ਜਦ ਤੱਕ ਅਸੀਂ ਕਿਸੇ ਚੀਜ਼ ਨੂੰ ਵਰਤ ਹੀ ਨਹੀਂ ਰਹੇ, ਉਹ ਸਾਧਨ ਥੋੜੀ ਬਣੂਗੀ। ਜਦੋਂ ਅਸੀਂ ਉਸ ਚੀਜ਼ ਨੂੰ ਵਰਤਣ ਲੱਗ ਪਏ, ਉਹ ਸਾਡੇ ਲਈ ਸਾਧਨ ਬਣ ਗਈ, ਹਨਾ। ਮਤਲਬ ਉਹਨੂੰ ਅਸੀਂ ਯੂਜ਼ ਕਰ ਰਹੇ ਆ। ਇਹਦੀ ਆਪਸ਼ਨ ਆਉਣੀ ਸੀ ਚੌਥੀ, ਯੂਟਿਲਿਟੀ ਐਂਡ ਅਸਿबिलिटी। ਇਹ चौथी ऑप्शन ਇਹਦੀ ਬਿਲਕੁਲ ਸਹੀ ਆਉਣੀ ਸੀ। ਉਸ ਤੋਂ ਬਾਅਦ ਅਗਲਾ क्वेश्चन ਹੈਗਾ ਵਾ, 1929 में बाल विवाह निषेध अधिनियम पारित किया गया। इस अधिनियम के अनुसार पुरुष तथा महिला के लिए शादी की न्यूनतम आयु प्रकाश कितनी रखी गई? मैं दस्या सी कि सब तो पहला ਜਦੋਂ मैं ਤੁਹਾਨੂੰ ਪੋਲੀਟੀਕਲ ਦੇ ਆਰਟੀਕਲ ਕਰਵਾ ਰਹੀ ਸੀ, ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਸਭ ਤੋਂ ਪਹਿਲਾਂ ਵਿਆਹ ਦੀ ਉਮਰ ਜਿਹੜੀ ਆ ਉਹ 16 ਸਾਲ ਹੁੰਦੀ ਸੀ ਕੁੜੀਆਂ ਦੀ। ਹੁਣ ਤਾਂ ਉਸ ਤੋਂ ਬਾਅਦ 18 ਕੀਤੀ, ਫਿਰ 21 ਕਰਤੀ, ਹੁਣ 21 ਆ। ਪਹਿਲਾਂ 18 ਸੀ, ਉਸ ਤੋਂ ਪਹਿਲਾਂ 16 ਸੀ। ਇਹਦੀ ਰਾਈਟ ਆਪਸ਼ਨ ਆਉਣੀ ਸੀ ਚੌਥੀ, ਜਿਹੜੀ 18 ਤੇ 16, ਮਤਲਬ ਕੁੜੀ ਦੀ ਉਮਰ 18 ਸਾਲ ਕੀਤੀ ਸੀ ਤੇ ਮੁੰਡੇ ਦੀ ਇਹਨਾਂ ਨੇ 16 ਕੀਤੀ ਸੀ ਪਹਿਲਾਂ। 1929 ਦੇ ਵਿੱਚ ਜਿਹੜਾ ਇਹਨਾਂ ਨੇ ਬਾਲ ਵਿਵਾਹ ਕਾਨੂੰਨ ਜਿਹੜਾ ਪਾਰਿਤ ਕੀਤਾ ਸੀ, ਪਾਰਿਤ ਮਤਲਬ ਪਾਸ ਕੀਤਾ ਸੀ। ਚੌਥੀ ਆਪਸ਼ਨ ਆਉਣੀ ਆ, ਕੁੜੀ ਦੀ ਉਮਰ ਉਦੋਂ 18 ਸਾਲ ਸੀ ਵਿਆਹ ਦੀ ਤੇ ਮੁੰਡੇ ਦੀ 16 ਸਾਲ ਸੀ। ਚੌਥੀ ਆਪਸ਼ਨ ਜਿਹੜੀ ਇਹਦੀ ਬਿਲकुल सही आनी है। उस तो बाद कहते प्रेरी को विश्व का धान्यागार भी कहते हैं। इस प्रदेश में अत्यधिक गेहूं के उत्पादन में सहायक परिस्थितियों का चुनाव कीजिए। याद करो ਜਦੋਂ ਮੈਂ ਤੁਹਾਨੂੰ ਕਿਹਾ ਸੀ, ਜਦੋਂ ਮੈਂ ਤੁਹਾਨੂੰ ਮਹਾਦੀਪ ਕਰਵਾਏ ਸੀ, ਅਫਰੀਕਾ ਮਹਾਦੀਪ, ਏਸ਼ੀਆ ਮਹਾਦੀਪ, ਯੂਰਪੀ ਮਹਾਦੀਪ, ਜਦੋਂ ਮੈਂ ਤੁਹਾਨੂੰ ਮਹਾਦੀਪ ਕਰਵਾਏ ਸੀ ਤੇ ਉਹਦੇ ਵਿੱਚ ਮੈਂ ਤੁਹਾਨੂੰ ਅਲੱਗ-ਅਲੱਗ ਪ੍ਰੇਰੀ ਘਾਹ ਦੇ ਮੈਦਾਨ, ਡਾਂਸ ਘਾਹ ਦੇ ਮੈਦਾਨ ਦੇਖੋ ਕਲਾਸਾਂ ਜਾ ਕੇ। ਇਹਦੀ ਸਾਡੀ राइट ऑप्शन होनी सी चौथी B और C, यानी कि ਜਿਹੜੀ प्रेरी विश्व का धान्यागार भी कहते हैं। क्यों? क्योंकि कृषि की वैज्ञानिक विधियों का यहाँ प्रयोग किया जाता है। बिल्कुल इत्थे जड़ियां वा एक मिनट ये कहंदे आ हाँ, ये कहते हैं यहाँ लोग प्रयोगी का उपयोग नहीं करते। मतलब देखो कह रहे हैं कि इत्थों के लोग टेक्नोलॉजी की वरतों नहीं करते, गलत आ। टेक्नोलॉजी वरतों तो करते, पहली ऑप्शन गलत कर दो, ठीक है। यहाँ लोग बहुत परिश्रमी होते हैं, हाँ चीज है, मतलब इत्थों के लोग काफी मेहनती है, हाँ हैगे आ। कृषि की वैज्ञानिक विधियों का यहाँ प्रयोग किया जाता है, हाँ करते हैं, वैज्ञानिक विधियां का प्रयोग करते हैं। इस प्रदेश में वर्षा की कमी है, नहीं। जे मीह की कमी होगी तो फिर प्रेरी घाह के मैदान ਜਿਹੜੇ ਉਹ ਵਿਕਸਿਤ ਕਿਵੇਂ ਹੋ ਸਕਦੇ? ਫਿਰ ਉਹਨਾਂ ਨੂੰ ਅਸੀਂ ਵਿਸ਼ਵ ਦਾ ਧੰਨਿਆਗਾਰ ਹੀ ਨਹੀਂ ਕਹਿ ਸਕਦੇ। ਇਸ ਕਰਕੇ ਚੌਥੀ ਆਪਸ਼ਨ ਉਹਦੀ ਆਉਣੀ ਸੀ B और C। ਪਤਾ ਨਹੀਂ ਕੌਣ ਆਇਆ ਬਾਹਰ, ਬੜੀ ਡਿਸਟਰਬੈਂਸ ਹੋ ਰਹੀ ਹੈ, ਠੀਕ ਹੈ। B और ਲਾਗੇ ਨਾ ਸਾਡੇ ਉਹ ਮਤਲਬ ਵਿਆਹ ਆਇਆ ਵਾ ਸਾਡੇ ਲਾਗੇ,
ठीक है। ਤੇ ਉਹਨਾਂ ਦੇ ਘਰ ਭੰਡ ਆਏ ਸੀ ਤੇ ਉਹਦਾ ਕਰਕੇ ਉਹ ਕਾਫੀ ਰੌਲਾ ਰੱਪਾ ਜਿਹੜਾ ਪੈ ਰਿਹਾ ਵਾ, ਥੋੜਾ ਤੁਸੀਂ ਮੈਨੇਜ ਕਰ ਲਿਓ। ਠੀਕ ਹੈ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਵਾ ਇਸਤਰੀ ਪੁਰਸ਼ ਤੁਲਨਾ ਨਾਮਕ ਪੁਸਤਕ ਦੀ ਰਚਨਾ। ਇਸਤਰੀ ਪੁਰਸ਼ ਤੁਲਨਾ ਜਿਹੜੀ ਪੁਸਤਕ ਆ ਉਹ ਤਾਰਾਬਾਈ ਸ਼ਿੰਦੇ ਨੇ ਲਿਖੀ ਸੀ। ਤਾਰਾਬਾਈ ਸ਼ਿੰਦੇ ਇੱਕ ਔਰਤ ਦਾ ਨਾਮ ਆ। पहली ऑप्शन की राइट आनी सी गेहूं एवं जौ जैसी फसल उगाने के सर्वप्रथम साक्ष्य निम्न में से किस स्थान में मिले हैं। सुलेमान और किरथर की पहाड़ियां याद करो। ਜਦੋਂ ਮੈਂ ਤੁਹਾਨੂੰ 6ਵੀਂ ਕਲਾਸ ਦੀ ਹਿਸਟਰੀ ਦੀ 1 ਲਾਈਨਰ ਕਰਵਾਏ ਸੀ ਉਹਦੇ ਵਿੱਚ ਵੀ ਮੈਂ ਕੁਐਸਚਨ ਕਰਵਾ ਚੁੱਕੀ ਸੀ। गेहूं ਸਭ ਤੋਂ ਪਹਿਲਾਂ ਕਣਕ ਤੇ ਜੌਂ ਦੇ ਜਿਹੜੇ ਸਾਨੂੰ ਜਿਹੜੇ ਆਪਣੇ ਮਿਲੇ ਆ ਕੀ ਕਹਿੰਦੇ ਹੁੰਦੇ ਆ ਪੰਜਾਬੀ ਚ ਸ਼ਾਸ਼ੇ ਮਿਲੇ, ਸਰੋਤ ਜਿਹੜੇ ਸਾਨੂੰ ਮਿਲੇ ਆ ਉਹ ਸੁਲੇਮਾਨ ਤੇ किरथर ਦੀਆਂ ਪਹਾੜੀਆਂ ਤੋਂ ਮਿਲੇ। पहली ऑप्शन ਇਹਦੀ राइट आनी आ। अगले क्वेश्चन ਤੇ आ जाओ। हमारा सौर परिवार निम्न खगोली पिंडों से बना है। सूरज तो बना वा, ग्रह तो बना वा, उपग्रह तो भी बनया वा, छोटे लघु ग्रह तो बनया, उल्का पिंड तो बनया। पहली ऑप्शन ਇਹਦੀ राइट आनी सी। निम्न में से वायुमंडल का अधिकांश कौन सी दो गैसें हैं याद करो। ਉਹ ਚੱਕਰ ਕਿੱਥੇ ਗਿਆ? 1 ਮਿੰਟ। ਆ देखो करवाया सी कि नहीं करवाया सी। ऑक्सीजन ते नाइट्रोजन ਇਹਦਾ ਆਪਸ਼ਨ ਆਉਣੀ ਸੀ ਪਹਿਲੀ। ਨਾਈਟ੍ਰੋਜਨ ਤੇ ਆਕਸੀਜਨ ਇਹਦੀ ਪਹਿਲੀ ਆਪਸ਼ਨ ਆਉਣੀ ਸੀ। ਸਾਡੀ ਵਾਯੂਮੰਡਲ ਦੇ ਵਿੱਚ ਇਹੀ ਦੋ ਗੈਸਾਂ ਜਿਹੜੀਆਂ ਪਾਈਆਂ ਜਾਂਦੀਆਂ। ਜਿਹੜੀ ਨਾਈਟ੍ਰੋਜਨ ਆ ਉਹ 78% ਆ ਤੇ ਆਕਸੀਜਨ 21% ਆ। ਪਹਿਲੀ ਆਪਸ਼ਨ ਇਹਦੀ ਰਾਈਟ ਆਪਸ਼ਨ ਆਉਣੀ ਸੀ। ਆ ਦੇਖੋ 7ਵੀਂ ਕਲਾਸ ਦੀ ਜਿਓਗ੍ਰਾਫੀ ਦਾ ਚੌਥਾ ਚੈਪਟਰ, ਠੀਕ ਹੈ, ਜਿਹੜਾ ਕਿ ਮੈਂ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਤੁਹਾਨੂੰ ਕਰਵਾਇਆ ਸੀ ਸਾਰਾ ਦਾ ਸਾਰਾ। ਠੀਕ ਹੈ। ਇੱਕ ਵੀ ਕੁਐਸਚਨ ਜੇ ਮੇਰੇ ਕਰਵਾਏ ਹੋਏ ਚੋਂ ਬਾਹਰ ਆਇਆ ਤੇ ਤਾਂ ਕਹੋ, ਠੀਕ ਹੈ, ਮੈਂ ਆਪਣਾ ਚੈਨਲ ਡਿਲੀਟ ਕਰ ਦੂੰਗੀ। ਠੀਕ ਹੈ। ਕਿਉਂਕਿ ਹੋ ਹੀ नहीं सकता ना, एक क्वेश्चन मेरे करवाए हुए चो आया वा। फिर कहते हैं एक ग्लोब पर खींची गई रेखाओं को अक्षांश और देशांतर के रूप में माना जाता है। ये रेखाएं किस उद्देश्य को पूरा करती हैं। मतलब आ ग्लोब आ, ठीक है, मैं थोड़ा जा रेस कर दिनी आ। मैं नागे ना डस्टर रखना भुल गई ਤੇ ਆਪਾਂ ਹੁਣ ਕਿਉਂ ਡਸਟਰ ਲੱਭਣ ਤੇ ਟਾਈਮ ਵੇਸਟ ਕਰਨਾ ਵਾ। ਆ ਸਾਡਾ ਕੀ ਆ? ਗਲੋਬ ਆ। ਸਾਡੀਆਂ ਦੇਸ਼ਾਂਤਰ, ਸਾਡੇ ਅਕਸ਼ਾਂਸ਼ ਸਾਨੂੰ ਕੀ ਲੱਭਣ ਤੇ ਮਦਦ ਕਰਦੇ ਆ? ਕਿਸੇ ਸਥਾਨ ਨੂੰ ਲੱਭਣ ਦੇ ਵਿੱਚ। ਚੌਥੀ ਆਪਸ਼ਨ ਰਾਈਟ ਹੋਣੀ ਸੀ ਯਾਰ ਇਹਦੀ। उस तो बाद अगला क्वेश्चन भारत और बांग्लादेश पटसन जूट के अग्रणी उत्पादक है। पटसन की वृद्धि को बल प्रदान करने वाले कथनों का चयन कीजिए। ਇਹਦਾ ਵੀ ਮੈਂ ਤੁਹਾਨੂੰ ਪ੍ਰੂਫ ਦਿਖਾਉਣੀ ਆ। ਪ੍ਰੂਫ ਦਿਖਾਉਣੀ ਆ ਇਹਦਾ ਮੈਂ ਤੁਹਾਨੂੰ। ਭਾਰਤ ਇਹ ਜਿਹੜਾ ਹੈਗਾ ਨਾ, 1 ਮਿੰਟ, ਆ देखो 8वीं क्लास की जियोग्राफी का लास्ट चैप्टर देखो। इथे कहते आ इसको सुनहरा रेशा भी कहा जाता है। किसको? पटसन को। यहाँ जलोढ़ मुद्रा में अच्छे ढंग से विकसित होता है और इसे उच्च तापमान, भारी वर्षा और आर्द्र जलवायु की आवश्यकता होती है। यह फसल उष्ण कटिबंधीय क्षेत्रों में उगाई जाती है। भारत और बांग्लादेश पटसन के अग्रणी उत्पादक हैं। पूरी की पूरी थ्योरी, तो थ्योरी ਦੇ ਵਿੱਚੋਂ ਸਿੱਧਾ ਸਿੱਧਾ क्वेश्चन अगले ने पाया। देखो एडी एक तो पहली ऑप्शन बिल्कुल सही है। यहाँ जलोढ़ मुद्रा में अच्छे ढंग से विकसित होता है, बिल्कुल सही, सीधी सीधी उदा ही ऑप्शन पई है। देखो फिर कहते हैं इसे उच्च तापमान की आवश्यकता होती है, बिल्कुल उच्चा तापमान चाहिए वा इहदे वास्ते। दूजी ऑप्शन बिल्कुल सही है। इसे निम्न तापमान और निम्न वर्षा की आवश्यकता होती है। सी ऑप्शन गलत सी। चौथी ऑप्शन है इसे भारी वर्षा और आर्द्रता की आवश्यकता होती है। डी ऑप्शन भी सही आ। यानी कि जिथे ए बी डी पई सी, सी नहीं सी हैगी, ਉਹ ऑप्शन ਅਸੀਂ ਚੱਕ ਕੇ ਟਿਕ ਲਾ ਦੇਣੀ ਸੀ ਤੇ ਉਹ ऑप्शन ਸਾਡੀ ਹੈਗੀ ਸੀ ਚੌਥੀ ऑप्शन ਹੈ। ਤੇ ਆ ਪਿਆ ਸਬੂਤ ਪੂਰਾ ਦਾ ਪੂਰਾ ਪੀਡੀਐਫ ਬਣਾ ਕੇ क्वेश्चन प्रूफ ਐਦਾਂ ਪੀਡੀਐਫ ਬਣਾ ਕੇ ਟੈਲੀਗ੍ਰਾਮ ਤੇ ਸੈਂਡ ਕਰੂੰਗੀ। ਜਿਨ੍ਹਾਂ ਨੇ ਟੈਲੀਗ੍ਰਾਮ ਨਹੀਂ ਜੁਆਇਨ ਕੀਤਾ ਉਹ ਜੁਆਇਨ ਕਰ ਲਓ। ठीक है। उस तो बाद अगले क्वेश्चन पे आ जाओ। अगले क्वेश्चन पे कहते हैं वह बीमारियां जो एक व्यक्ति से दूसरे व्यक्ति को हो जाती, मतलब ਉਹ ਬਿਮਾਰੀਆਂ ਜਿਹੜੀਆਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਚਲ ਜਾਂਦੀਆਂ। ਯਾਰ ਆ ਤਾਂ ਨਾਰਮਲੀ ਪਤਾ ਨਾ, ਬੱਚੇ ਨੂੰ ਪਤਾ ਵਾ। ਵੈਸੇ ਇਹ ਕੁਐਸਚਨ ਜਿਹੜਾ ਵਾ 8ਵੀਂ ਕਲਾਸ ਦੀ ਪੋਲੀਟੀਕਲ ਤੋਂ ਆਇਆ ਸੀ। 8ਵੀਂ ਕਲਾਸ ਦੀ ਪੋਲੀਟੀਕਲ ਦਾ ਚੈਪਟਰ ਹੈਗਾ ਵਾ। ਵੈਸੇ ਤਾਂ ਇਹ ਬਹੁਤ ਹੀ ਈਜ਼ੀ ਆ, ਪਰ ਮੈਂ ਤੁਹਾਨੂੰ ਦੱਸ ਵੀ ਦਿੰਨੀ ਆ ਕਿ ਇੱਥੋਂ ਆਇਆ ਸੀਗਾ।
मतलब ਪੋਲੀਟੀਕਲ ਦੇ ਵਿੱਚ ਜਿਹੜੀ 8ਵੀਂ ਕਲਾਸ ਦੀ ਪੋਲੀਟੀਕਲ ਆ ਨਾ, ਇਹਦੇ ਵਿੱਚ ਇਹਨਾਂ ਨੇ ਇੱਕ ਚੈਪਟਰ ਦਿੱਤਾ ਵਾ ਜਿਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਭਾਰਤ ਜਿਹੜਾ ਵਾ, ਭਾਰਤ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਵਾਸਤੇ, ਬਿਮਾਰੀਆਂ ਤੋਂ ਬਚਾਉਣ ਲਈ ਕੀ ਸਰਕਾਰ ਨੇ ਉਪਰਾਲੇ ਕੀਤੇ, ਇੱਕ ਪੂਰਾ ਚੈਪਟਰ ਡਿਟੇਲ ਦੇ ਵਿੱਚ ਦੱਸਿਆ, ਜਿਹਦੇ ਵਿੱਚ ਇਹਨਾਂ ਨੇ ਬਿਮਾਰੀਆਂ ਦੀਆਂ ਕਿਸਮਾਂ ਦੱਸੀਆਂ ਤੇ ਉਹਦੇ ਵਿੱਚੋਂ ਹੀ ਇਹ ਕੁਐਸਚਨ ਇਹਨਾਂ ਨੇ ਪਾਇਆ ਸੀਗਾ। ਸਾਰੀਆਂ ਦੇ ਸਾਰੀਆਂ ਬੁੱਕਸ ਮੇਰੇ ਕੋਲ ਅਵੇਲੇਬਲ ਹੈਗੀਆਂ ਕਿਉਂਕਿ ਮੈਂ ਤਾਂ ਪੜ੍ਹੀਆਂ ਨਾ, ਠੀਕ ਹੈ। ਉਸ ਤੋਂ ਬਾਅਦ ਇਹਦੀ ਜਿਹੜੀ ਰਾਈਟ ਆਪਸ਼ਨ ਹੋਣੀ ਸੀ, ਚੌਥੀ ਹੋਣੀ ਸੀ ਕਮਿਊਨੀਕੇਬਲ ਡਿਸੀਜ਼। ਕਮਿਊਨੀਕੇਬਲ ਡਿਸੀਜ਼ ਜਿਹੜੀਆਂ ਵਾ ਸਾਨੂੰ ਸਾਰਿਆਂ ਨੂੰ ਪਤਾ, 6ਵੀਂ ਕਲਾਸ ਦੇ ਬੱਚੇ ਨੂੰ ਪਤਾ ਹੋਊਗਾ ਵੀ ਕਮਿਊਨੀਕੇਬਲ ਡਿਸੀਜ਼ ਉਹ ਵੀ ਡਿਸੀਜ਼ ਹੁੰਦੀਆਂ ਵਾ ਜਿਹੜੀਆਂ ਇੱਕ ਬੰਦੇ ਤੋਂ ਦੂਜੇ ਬੰਦੇ ਤੱਕ ਲੱਗ ਜਾਂਦੀਆਂ ਵਾ, ਠੀਕ ਹੈ। ਉਸ ਤੋਂ ਬਾਅਦ ਇਹਦੇ ਵਿੱਚ ਜ਼ੁਕਾਮ ਵੀ ਆ ਜਾਂਦਾ। ਫੋਰ ਐਗਜ਼ਾਮਪਲ ਜੇ ਮੈਨੂੰ ਜ਼ੁਕਾਮ ਲੱਗਾ ਵਾ, ਮੈਂ ਕਿਸੇ ਦੇ ਲਾਗੇ ਜਾ ਕੇ ਖਾਂਸੀ ਆ ਗਈ ਜਾਂ ਮਤਲਬ ਮੇਰੀ ਹਵਾ ਉਹਨੂੰ ਟੱਚ ਕਰ ਗਈ ਹਨਾ, ਜਾਂ ਮਤਲਬ ਕਿੱਦਾਂ ਵੀ ਆ ਤੇ ਉਹਦੇ ਨਾਲ ਕੀ ਹੋਊਗਾ, ਉਹਨੂੰ ਵੀ ਜ਼ੁਕਾਮ ਹੋ ਜਾਊਗਾ ਹਨਾ। ਏਦਾਂ ਹੀ ਹੁੰਦਾ ਜੇ ਘਰ ਦੇ ਵਿੱਚ ਕਿਸੇ ਇੱਕ ਨੂੰ ਕੋਲਡ ਹੋਇਆ ਤੇ ਸਾਰਿਆਂ ਨੂੰ ਹੋ ਜਾਂਦਾ ਵਾ। ਕਿੱਡੀ ਵੱਡੀ एग्जांपल ਆ ਯਾਰ, ਕਿੰਨਾ ਸੌਖਾ क्वेश्चन ਸੀਗਾ। ਉਸ ਤੋਂ ਬਾਅਦ ਅਗਲੇ क्वेश्चन ਤੇ ਆ ਜਾਓ। निम्नलिखित में से कौन सा सतत और व्यापक मूल्यांकन की विशेषता। ਪੈਡਾਗੋਜੀ ਸਟਾर्ट ਹੋ ਚੁੱਕੀ ਆ। ਇਹ ਜਿਹੜਾ ਸਾਡਾ 61 क्वेश्चन ਸੀਗਾ, ਇਹ ਆਇਆ ਸੀ CCE ਦੇ ਵਿੱਚੋਂ। CCE ਕਦੀ ਵੀ ਇਹ ਨਹੀਂ ਕਹਿੰਦੀ ਵੀ ਅੰਕਾਂ ਦੇ ਆਧਾਰ ਤੇ ਬੱਚੇ ਦੀ CCC ਭੇਜ ਦਿਓ, ਗਲਤ ਆ। ਅੰਕ ਨਹੀਂ, ਜਿਹੜੀ CCC 10 ਨੰਬਰ ਦੀ ਜਾਂਦੀ ਆ, ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਮੈਂ 9 ਸਾਲ SST ਪੜਾਇਆ, ਮੈਂ ਬੱਚਿਆਂ ਨੂੰ 9 ਸਾਲ ਪੜਾ ਚੁੱਕੀ ਹਾਂ ਸਕੂਲਾਂ ਦੇ ਵਿੱਚ। ਮੈਂ ਖੁਦ CC ਭੇਜਦੀ ਰਹੀ ਹਾਂ ਬੋਰਡ ਨੂੰ, ਖੁਦ CC ਲਗਾ ਕੇ ਬੱਚਿਆਂ ਦੀ ਭੇਜਦੀ ਰਹੀ ਹਾਂ। ਕਦੀ ਵੀ CC ਮੈਂ ਇਸ ਆਧਾਰ ਤੇ ਐਜੂਕੇਸ਼ਨ ਪਾਲਿਸੀ ਦੇ ਅਕੋਰਡਿੰਗ ਮੈਂ ਕਦੀ ਵੀ CCE ਇਸ ਆਧਾਰ ਤੇ ਨਹੀਂ ਭੇਜਦੀ ਰਹੀ ਕਿ ਬੱਚੇ ਨੇ ਨੰਬਰ ਵਧੀਆ ਲਏ, ਨਹੀਂ। ਉਹਦੇ ਵਿੱਚ ਬੱਚੇ ਦੀ ਅਟੈਂਡੈਂਸ ਵੀ ਚੈੱਕ ਕੀਤੀ ਜਾਂਦੀ ਸੀ ਕਿ ਬੱਚਾ ਕਿੰਨਾ ਕੁ ਰੈਗੂਲਰ ਲੈ ਰਿਹਾ ਸੀ। ਮਤਲਬ ਸਕੂਲ ਟੈਸਟ ਹੋਏ ਤੇ ਉਹਦਾ ਹੋਮਵਰਕ, ਉਹਦਾ ਸਕੂਲ ਦੇ ਵਿੱਚ ਕਰੈਕਟਰ, ਇਹਦੇ ਵਿੱਚ ਸਾਰੀਆਂ ਚੀਜ਼ਾਂ ਆ ਜਾਂਦੀਆਂ ਵਾ, ਪਰ ਇਕੱਲੇ ਅੰਕਾਂ ਦੀ ਗੱਲ ਨਹੀਂ ਆਉਂਦੀ। ਪਰ ਇੱਥੇ ਇਹਨਾਂ ਨੇ ਕਿਹਾ ਕਿਹੜੀ ਆਪਸ਼ਨ ਹੈਗੀ ਨਹੀਂ ਆ। ਜਿਹੜੀ ਇਹਨਾਂ ਨੇ ਦੂਜੀ ਆਪਸ਼ਨ ਦੱਸੀ ਨਾ, ਇਟ ਫੋਕਸ ਔਨ ਮਾਰਕਸ ਬੇਸਡ ਇਵੈਲੂਏਸ਼ਨ ਆਫ ਸਟੂਡੈਂਟ ਵਰਕ, ਇਹ ਆਪਸ਼ਨ ਗਲਤ ਸੀ। ਦੂਜੀ ਇਹੀ ਆਪਸ਼ਨ ਅਸੀਂ ਟਿਕ ਲਾ ਕੇ ਆਉਣੀ, ਕਿਉਂਕਿ ਉਹਨਾਂ ਨੇ CCE ਦੇ ਵਿੱਚ ਪੁੱਛਿਆ ਸੀ ਕਿ ਕਿਹੜੀ ਆਪਸ਼ਨ ਨਹੀਂ ਆ ਤੇ ਦੂਜੀ ਆਪਸ਼ਨ ਇਹਦੇ ਵਿੱਚ ਅਸੀਂ ਕਰਨੀ ਸੀ। ਖੁਦ ਇਹ ਚੀਜ਼ ਮੈਂ ਕਰਦੀ ਰਹੀ ਆ ਯਾਰ ਸਕੂਲਾਂ 'ਚ, ਫਿਰ ਮੈਨੂੰ ਆਨਸਰ ਕਿਉਂ ਨਾ ਪਤਾ ਹੋਊਗਾ, ਠੀਕ ਆ। ਹੁਣ ਤੁਸੀਂ ਖੁਦ ਸੋਚੋ ਵੀ ਮੈਂ ਤੁਹਾਨੂੰ ਪੈਡਾਗੋਜੀ ਕਿੰਨੇ ਸੋਹਣੇ ਤਰੀਕੇ ਦੇ ਨਾਲ ਕਰਵਾ ਸਕਦੀ ਆ, ਤੇ SST ਦੀ ਪੈਡਾਗੋਜੀ ਉਹੀ ਬੰਦਾ ਕਰਵਾ ਸਕਦਾ ਵਾ ਜਿਹਨੇ SST ਪੜ੍ਹਾਈ ਆ ਬੱਚਿਆਂ ਨੂੰ, ਠੀਕ ਆ। ਉਸ ਤੋਂ ਬਾਅਦ ਦੇਖੋ ਅਗਲਾ क्वेश्चन ਕਹਿੰਦੇ ਆ हाँ, विद्या विशेष या सामाजिक विज्ञान को बनाती है इतिहास, भूगोल, राजनीतिक विज्ञान तथा अर्थशास्त्र। यानी कि साडे सोशल साइंस दे साडे 4 सब्जेक्ट इतिहास, भूगोल, राजनीतिक विज्ञान ते अर्थशास्त्र। इन विद्या विशेषों में अंतर संबंधित चारे सब्जेक्ट आपस दे विच अंतर संबंधित आ ਤੇ ਬਿਲਕੁਲ AR ਦੀ ਸਹੀ ਵਿਆਖਿਆ ਕਰਦਾ ਸੀ। ਕਿੰਨਾ ਯਾਰ SST ਤਾਂ ਹੈਗੀ ਬਹੁਤ ਸੌਖੀ ਸੀ। देखो आगे कहते आतपान की अवधारणा पढ़ाने का सबसे अच्छा तरीका कौन सा है। डेमोस्ट्रेशन मैथड। बच्चे नू इतिहासिक बिल्डिंग ते लै जाओ, उत्थे ले जाके दिखा दो ना सारा कुछ, ठीक है। अगला क्वेश्चन, सामाजिक विज्ञान पाठ्यक्रम के भार को कम करने के लिए निम्नलिखित में से क्या सबसे उपयुक्त है। देखो कहते तथ्यों के स्मरण पर न्यूनतम बल देना तथा समझने पर केंद्रित करना। कहते जो असीं समाजिक विज्ञान SST का कोई भी टॉपिक पढ़ाउणा वा, उहदे लई तथ्यां के स्मरण न्यूनतम बल देना तथा समझने पर केंद्रित करना। मतलब कोई तत्थ जिहड़े आ वो बच्चे नूं समझ आउण, उस तरीके दे नाल बच्चे नूं उहनां दा उस ते ध्यान केंद्रित करना चाहिदा भी बच्चे उस चीज ते ध्यान केंद्रित कर सकण। संकल्पनाओं के स्पष्टीकरण को केंद्रित करना भी जिहड़े उहदे विच संकल्प दस्से आ उहनां नूं स्पष्ट तरीके दे नाल बच्चों दे सामने लिआंदा जावे। ते C ऑप्शन दे विच इह कह रहे आ परीक्षा निर्देशों के आधार पर और शिक्षक के विषय वस्तु से अनुभिज्ञता के कारण पाठ पुस्तक के कुछ विषयों को छोड़ देना। ऐदा थोड़ी हो सकता भी असी पाठ पुस्तक दे विच समाजिक विज्ञान के कुछ विषयां नूं ही छड्ड दांगे, क्यों छड्डांगे, छड्डना थोड़ी आ। C ऑप्शन तो सरासर नैगेटिव सी, आंसर आना सी चौथा A ते B चौथी ऑप्शन इहदी बिल्कुल सही आनी सी। पैडागोजी भी बहुत सौखी सी पर कर ओही बंदा सकदा सी जिन्ने किते थोड़ा बहुत एक्सपीरियंस उहनूं टीचिंग दा हैगा, ठीक है। जो तुक्के ला के आए होगे फिर तुहानूं पता फिर ते काम तुहाडा खलास ही आ। निम्न में से सामाजिक विज्ञान पढ़ाने के कौशल आधारित उद्देश्य की पहचान कीजिए। कहते हैं कि समाजिक विज्ञान का कौशल
मतलब इत्थे ਅਸੀਂ ਸਕਿੱਲ ਲੱਭਣੀ ਸੀ ਕਿ ਸਮਾਜਿਕ ਐਸਐਸਟੀ ਸਬਜੈਕਟ ਪੜਾਉਣ ਲਈ ਕਿਹੜੀ ਕੌਸ਼ਲ ਜਿਹੜੀ ਸਭ ਤੋਂ ਉਪਯੁਕਤ ਆ ਨਕਸ਼ਾ ਬਣਾने की क्षमता विकसित करना चौथी ऑप्शन ਮੈਨੂੰ ਲੱਗ ਰਹੀ ਆ 99% श्योर सिर्फ एक क्वेश्चन में डाउट ਦੇ ਵਿੱਚ ਪਾਇਆ ਇਹ वाला पर ਮੈਨੂੰ ਲੱਗਦਾ भी भिन्न समाजों में रहने वाले लोगों को संस्कृति को समझना ठीक है मतलब ਜਦੋਂ ਅਸੀਂ ਸੋਸ਼ਲ ਸਟੱਡੀ ਸਬਜੈਕਟ ਦੀ ਗੱਲ ਕਰਦੇ ਆ ਤੇ ਇਹਦੇ ਵਿੱਚ ਅਸੀਂ ਅਲੱਗ-ਅਲੱਗ ਕਲਚਰਾਂ ਦੀ ਵੀ ਗੱਲ ਆਉਂਦੀ ਆ ਮਤਲਬ ਕਿਤੇ ਨਾ ਕਿਤੇ ਤੀਜੀ ਆਪਸ਼ਨ ਵੀ ਸਹੀ ਜਾ ਸਕਦੀ ਆ ਦੇਖਦੇ ਆ ਕਿ ਸੀਬੀਐਸਈ ਵਾਲੇ ਜਿਹੜੇ ਆ ਉਹ ਕਿਹੜੀ ਆਪਸ਼ਨ ਸਹੀ ਕਰਦੇ ਆ ਪਰ ਮੇਰੇ ਅਕੋਰਡਿੰਗਲੀ ਡੀ ਸਹੀ ਆ ਤੇ ਤੀਜੀ ਕਿਤੇ ਨਾ ਕਿਤੇ ਸਹੀ ਹੋ ਸਕਦੀ ਆ ठीक है ਉਸ ਤੋਂ ਬਾਅਦ ਅਗਲੇ क्वेश्चन ਤੇ ਆ ਜਾਓ सामाजिक विज्ञान के मूल्यांकन के दौरान निम्नलिखित प्रश्न इसका उद्देश्य समझने में मदद करेंगे कहते कि ਸਮਾਜਿਕ ਵਿਗਿਆਨ ਮਤਲਬ ਕਿ ਜਦੋਂ ਅਸੀਂ ਸੋਸ਼ਲ ਸਾਇੰਸ ਸਬਜੈਕਟ ਦੀ ਗੱਲ ਕਰਦੇ ਆ ਉਹਦੇ ਵਿੱਚ ਇਵੈਲੂਏਸ਼ਨ ਜਿਹੜਾ ਵਾ ਉਹ ਕਿਸ ਤਰੀਕੇ ਦੇ ਨਾਲ ਦਾ ਹੋਣਾ ਚਾਹੀਦਾ ਕਹਿੰਦੇ पाठक्रम में किन कौशलों पर बल दिया गया है बिल्कुल सही ऑप्शन पहली यहाँ क्या यह किसी एक मानक पाठ पुस्तक से लिया गया है या कई पाठ पुस्तकों से हाँ ये भी है मतलब कि समाजिक विज्ञान ਦਾ ਕੋਈ ਵੀ ਵਿਸ਼ਾ ਵਾ ਉਹ ਇੱਕ ਪੁਸਤਕ ਤੋਂ ਨਹੀਂ ਲਿਆ ਗਿਆ ਉਹ ਬੜੀਆਂ ਚੀਜ਼ਾਂ ਤੋਂ ਇਕੱਠਾ ਕੀਤਾ ਗਿਆ ਇਤਿਹਾਸ ਦੀ ਗੱਲ ਕਰ ਲਓ ਜੀਓਗ੍ਰਾਫੀ ਦੀ ਗੱਲ ਕਰ ਲਓ ਪੋਲੀਟੀਕਲ ਦੀ ਗੱਲ ਕਰ ਲਓ ਪੋਲੀਟੀਕਲ ਵੀ ਕਈ ਸਰੋਤਾਂ ਦੇ ਆਧਾਰ ਤੇ ਕਈ ਦੇਸ਼ਾਂ ਤੋਂ ਕਈ ਚੀਜ਼ਾਂ ਜਿਹੜੀਆਂ ਅਡਾਪਟ ਕੀਤੀਆਂ ਗਈਆਂ ਸਹੀ ਆ ਤੀਜੀ ਆਪਸ਼ਨ ਕਹਿੰਦੇ ਆ ਪਾਠਕ੍ਰਮ की रूपरेखा कितनी विस्तृत है रूपरेखा ਦਾ ਕੋਈ ਸੰਬੰਧ ਨਹੀਂ ਹੈਗਾ ਸੀ ਆਪਸ਼ਨ ਗਲਤ ਆ ਇਹਦੀ ਰਾਈਟ ਆਪਸ਼ਨ ਹੋਣੀ ਸੀ ਏ ਬੀ ਤੇ ਡੀ ਏ ਬੀ ਤੇ ਡੀ ਜਿਹੜੇ ਦੂਜੀ ਆਪਸ਼ਨ ਲਾ ਕੇ ਆਏ ਆ ਏ ਬੀ ਤੇ ਡੀ ਸੀ ਆਪਸ਼ਨ ਨਹੀਂ ਆਉਣੀ ਇਹਦੇ ਵਿੱਚ ਉਹਨਾਂ ਦਾ ਆਨਸਰ ਬਿਲਕੁਲ ਸਹੀ ਆ उस तो बाद अगले क्वेश्चन पे आ जाओ उन तत्कालीन उपायों की पहचान कीजिए जो महिलाओं की सुरक्षा तथा उन्हें नौकरी करने पारिवारिक आय में योगदान करने एवं आत्मनिर्भर बनाने में सुनिश्चित करता है देखो उन्होंने क्या मतलब कि ਇਹ ਚੀਜ਼ ਉਹਨਾਂ ਨੇ ਕਿਹਾ ਵੀ ਇਦਾਂ ਦੇ ਕਿਹੜੇ ਕੰਮ ਆ ਜਿਹੜੇ ਮਤਲਬ ਕਿ ਜਿਹੜੀਆਂ ਔਰਤਾਂ ਵਾ ਉਹਨਾਂ ਨੂੰ ਆਤਮ ਨਿਰਭਰ ਬਣਾ ਸਕਦੇ ਇਦਾਂ ਦੇ ਕਿਹੜੇ ਕੰਮ ਆ ਇਹਨਾਂ ਨੇ ਦੱਸਿਆ ਬਾਲਵਾੜੀ ਦਾ ਪ੍ਰਾਵਧਾਨ ਯਾਨੀ ਕਿ ਪ੍ਰੋਵੀਜ਼ਨ ਆਫ ਚਾਈਲਡ ਕੇਅਰ ਸੈਂਟਰ ਉਹਦੇ ਵਿੱਚ ਵੀ ਜ਼ਿਆਦਾ ਪ੍ਰੋਵੀਜ਼ਨ ਉਹਨਾਂ ਨੂੰ ਮਿਲਣੀ ਚਾਹੀਦੀ ਆ ਰਿਜ਼ਰਵੇਸ਼ਨ ਆਫ ਸੀਟਸ ਆਫ ਵੂਮਨ ਇਨ ਪਾਰਲੀਮੈਂਟ ਸੰਸਦ ਦੇ ਵਿੱਚ ਸੀਟਾਂ ਦਾ ਰਾਖਵਾਂਕਰਨ ਹੋਣਾ ਚਾਹੀਦਾ ਔਰਤਾਂ ਵਾਸਤੇ ਵੂਮਨ ਵਾਸਤੇ ਪ੍ਰੋਵੀਜ਼ਨ ਆਫ ਆਕੂਪੇਸ਼ਨਲ ਸੇਫਟੀ ਦੇ ਵਿੱਚ ਵੀ ਉਹਨਾਂ ਨੂੰ ਪ੍ਰੋਵੀਜ਼ਨ ਮਿਲਣੀ ਚਾਹੀਦੀ ਆ ਪਿਕ ਐਂਡ ਡ੍ਰੌਪ ਫੈਸਿਲਿਟੀ ਫॉर ਨਾਈਟ ਸ਼ਿਫਟ ਮਤਲਬ ਕਿ ਉਹਨਾਂ ਨੂੰ ਪ੍ਰੋਪਰ ਸ਼ਿਫਟ ਇੱਕ ਕਹ ਲਓ ਵੀ ਟਰਾਂਸਪੋਰਟ ਸੁਵਿਧਾ ਮਿਲਣੀ ਚਾਹੀਦੀ ਹੈ ਜੇਕਰ ਉਹ ਰਾਤ ਨੂੰ ਵੀ ਕਿਤੇ ਕੰਮ ਤੇ ਜਾਂਦੀਆਂ ਵਾ ਤੇ ਪ੍ਰੋਪਰ ਉਹਨਾਂ ਨੂੰ ਕਹ ਲਓ ਵੀ ਨਾਈਟਿੰਗ ਸ਼ਿਫਟ ਮਿਲੀ ਉਹਨਾਂ ਨੂੰ ਡ੍ਰੌਪ ਕਰ ਲਈ ਇੱਕ ਫੈਸਿਲਿਟੀਆਂ ਮਿਲਣੀਆਂ ਚਾਹੀਦੀਆਂ ਵਾ ਸਾਰੀਆਂ ਦੇ ਸਾਰੀਆਂ ਆਪਸ਼ਨ ਜਿਹੜੀਆਂ ਵਾ ਇਹਦੀਆਂ ਸਹੀ ਸੀ ਤੇ ਇਹਦੀ ਰਾਈਟ ਆਪਸ਼ਨ ਹੋਣੀ ਸੀ ਆਪਸ਼ਨ ਦੂਜੀ ਏ ਬੀ ਸੀ ਔਰ ਡੀ ਦੂਜੀ ਆਪਸ਼ਨ ਇਹਦੀ ਸੀ ਬਿਲਕੁਲ ਸਹੀ ਸੀ ਉਸ ਤੋਂ ਬਾਅਦ ਦੇਖੋ अगला क्वेश्चन कहता है निम्नलिखित में से किस विषय के शिक्षण के लिए टी चार्ट अति उपयुक्त रहेगा टी चार्ट की ਹੁੰਦਾ ਵਾ ਮੈਂ ਬੋਲ ਕੇ ਦੱਸ ਦਿੰਨੀ ਆ ਟੀ ਚਾਰਟ ਜਿਹੜਾ ਵਾ ਉਹ ਅਸੀਂ ਕੋਈ ਵੀ ਇਤਿਹਾਸਕ ਘਟਨਾ ਪੜਾਉਣੀ ਆ ਤੇ ਉਹਦੇ ਲਈ ਟੀ ਚਾਰਟ ਬਣਾਵਾਂਗੇ ਟੀ ਚਾਰਟ ਮਤਲਬ ਇਤਿਹਾਸ ਜਿਹੜਾ ਇਤਿਹਾਸਕਾਰ ਆ ਉਹਦੇ ਬਾਰੇ ਦੱਸਾਂਗੇ ਉਹ ਕੋਈ ਵੀ ਸ਼ਾਸਕ ਆ ਉਹਦੀਆਂ ਘਟਨਾਵਾਂ ਕਿਹੜੇ ਸਾਲ ਦੇ ਵਿੱਚ ਉਹਨੇ ਕਿਹੜੀ ਘਟਨਾ ਹੋਈ ਕਿਹੜੇ ਸ਼ਾਸਕ ਕਿਹੜੇ ਈਅਰ ਦੇ ਵਿੱਚ ਉਹਦੀ ਕਿਹੜੀ ਲੜਾਈ ਹੋਈ ਕਦੋਂ ਜਿੱਤਿਆ ਇਹ ਸਾਰਾ ਟੀ ਚਾਰਟ ਜਿਹੜਾ ਵਾ ਹਿਸਟਰੀ ਸਬਜੈਕਟ ਦੇ ਨਾਲ ਸੰਬੰਧਿਤ ਆ ਵੇਖੋ चौथी ऑप्शन यदि सही जाती सी एक विशेष काल में ऐतिहासिक घटनाओं जैसे युद्धों क्रांतियों अथवा सामाजिक आंदोलनों के पदाक्रम से सृष्टि दिखाने के लिए चौथी ऑप्शन यदि बिल्कुल सही सी पैडागोजी बहुत ही सौखी सी पर कर वही बंदा सकता सी जिन्हें पढ़ाया सी ठीक है उस तो बाद अगला क्वेश्चन है निम्नलिखित में से कौन सी कक्षा गतिविधि विद्यार्थियों में समाज में मीडिया की भूमिका को आलोचनात्मक दृष्टि में देखने में मदद कर सकती है ਇਹ क्वेश्चन ਜਿਹੜਾ ਆਇਆ ਸੀਗਾ 1 ਮਿੰਟ ਹਾਂ ਆ ਦੇਖੋ 7ਵੀਂ ਕਲਾਸ ਦੀ ਜਿਹੜੀ ਹੈਗੀ ਆ 1 ਮਿੰਟ आ देखो
7वीं क्लास ਦੀ ਪੋਲੀਟੀਕਲ ਮੈਂ ਕਰਵਾਈ ਸੀ। ਇਹਦਾ ਚੈਪਟਰ ਹੈਗਾ ਸੀ 6ਵਾਂ ਸੰਚਾਰ ਮਾਧਿਅਮ ਕੋ ਸਮਝਣਾ। ਸੰਚਾਰ ਮਾਧਿਅਮ ਕੋ ਸਮਝਣਾ, ਇਹਦੇ ਵਿੱਚੋਂ ਹੀ ਇਹ ਕੁਐਸਚਨ ਸੀਗਾ, ਇਹ ਵੀ ਮੈਂ ਕਰਵਾਇਆ ਸੀਗਾ। ਪਹਿਲਾ ਇਹ ਕਹਿੰਦੇ ਆ, ਵੇਖੋ ਕਿ हैगी तो थ्योरी आ, पर इन्होंने पैडागोजिकली क्वेश्चन बनाता। ये कहते क्या सरकार किसी खबर को टीवी पर चलाने से रोक सकती है? वह ऐसा क्यों करेगी? विषय पर छात्रों द्वारा कक्षा में पार्य चर्चा करवाना। हाँ बिल्कुल ऑप्शन सही आ भी आप कर सकते हैं ना इदा कि जे सरकार हुण कई बीजेपी के अलग चैनल आ, अपने पंजाब की एग्जाम्पल लो, बादलों का अलग चैनल आ, ਉਹ ਜਿੱਦਾਂ ਦੀ ਮਰਜ਼ੀ ਉਹ ਆਪ ਦੇ ਬਾਰੇ ਜਿੱਦਾਂ ਮਸ਼ਹੂਰੀ ਕਰਵਾਉਣਾ ਚਾਹੁੰਦੇ ਉਹ ਕਰਵਾਈ ਜਾਂਦੇ ਆ। ਹੁੰਦਾ ना इदा। पहली ऑप्शन बिल्कुल सही है। किसी एक मुद्दे पर छात्रों को अलग अलग अखबारों के कतरने को इकट्ठा कराना और उनके विवरण की तुलना करने को कहना। ठीक है। फिर सी ऑप्शन कहते हैं छात्रों से व्हाट्सएप और अन्य सोशल मीडिया पर आई खबरों को एकत्र करवाना तथा उसका शैक्षणिक संसाधन के रूप में इस्तेमाल करना। नहीं, व्हाट्सएप ते फेक भी आ जाऊगा ना, व्हाट्सएप कोई मायने नहीं रखता। ਇਹਦੀ ऑप्शन आनी सी ए ते बी। ए ते बी जिन्हां ने लाया ਉਹ बिल्कुल ऑप्शन ਇਹਦੀ सही सी, ए ते बी। दूजी ऑप्शन ਜਿਹੜੀ ਸੀ ਇਹਦੀ सॉरी ਤੀਜੀ ऑप्शन ਇਹਦੀ ਸੀ ਉਹ बिल्कुल सही सी। ਉਸ ਤੋਂ ਬਾਅਦ 70 नंबर क्वेश्चन ਤੇ ਆ ਜਾਓ। 70 नंबर क्वेश्चन जेड़ा वा वो साडा हैगा वा, ऐसा संभव है कि आपकी कक्षा में हास्यासी समुदाय के छात्र भी हो, इसलिए जब आप हास्यकरण पर कक्षा में बात कर रहे हो तो विषय प्रस्तुत करने हुए आपको निम्नलिखित में से किन बातों को ध्यान रखना है। ठीक है। जेड़ा ये कह रहे हैं ना कि डी ऑप्शन में कह रहे हैं विद्यार्थियों से जबरन आपके अनुभव साझा करना चाहिए। जिथे बच्चों को जबरदस्ती कुछ करवाने की गल आ गई ऑप्शन ही कट दो, ते ए बी ते सी ऑप्शन सही सी। मतलब कुछ क्वेश्चन पैडागोजिकल दे ऐदां दे सीगे जिहड़े साडी खुद दी कॉमन सेंस दे नाल ही असीं सही कर सकदे सी। चौथी ऑप्शन दे विच जबरदस्ती करवाउण दी गल कर रहे हैं ना, बच्चा को जबरदस्ती थोड़ी कुछ करवाना है। ठीक है। अगले क्वेश्चन पे आ जाओ। राज्य प्रशासन की कार्य प्रणाली से संबंधित निम्नलिखित आंकलन प्रश्नों ए और तथा बी का विचार करें। पेशावार्थ का क्या उद्देश्य होता है? यह विधानसभा में होने वाली बहस में किस तरह अलग है? उन निर्वाचित प्रतिनिधियों के लिए किस शब्द का प्रयोग होता है जो सत्ता दल के सदस्य नहीं होते और सरकार के फैसलों पर सवाल उठाते हैं? मतलब कि कोई पार्टी ऐदां दी पार्टी जिहड़ी सत्ता दे विच नहीं हैगी पर ਉਹ ਦੂਜੀ ਜਿਹੜੀ ਪਾਰਟੀ ਸੱਤਾ ਦੇ ਵਿੱਚ ਆ ਉਹਦੇ ਤੇ ਸਵਾਲ ਉਠਾਉਂਦੀ ਆ। ਜਿਵੇਂ ਹੁਣ ਕਹਿ ਲਓ ਆਮ ਆਦਮੀ ਪਾਰਟੀ ਆ, ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਪਈ ਆ ਤੇ ਬਾਦਲ ਵਾਲੇ ਕਿਦਾਂ ਚਿੱਕੜ ਸੁੱਟੀ ਜਾਂਦੇ, ਪਤਾ ਨਹੀਂ ਆਪ ਦੇ ਸੱਤਾ ਦੇ ਵਿੱਚ ਉਹਨਾਂ ਨੇ ਕੁਝ ਕੀਤਾ ਜਾਂ ਨਹੀਂ ਕੀਤਾ, ਤੇ ਮਤਲਬ ਕਿੱਦਾਂ ਬੋਲੀ ਜਾਂਦੇ ਆ ਨਾ ਇੱਕ ਦੂਜੇ ਨੂੰ ਨੀਚਾ ਦਿਖਾਉਣ ਲਈ ਕਿੰਨਾ ਕੁਝ ਬੋਲਦੇ ਆ। ਬਿਲਕੁਲ ਸਹੀ ਹੈ ਹਨਾ। ਤੇ ਇਹਦਾ मतलब देखो एग्जाम्पल मन दे विच उदाहरण लैके असीं इस क्वेश्चन नूं सही कर सकदे सी। ठीक है। ए संकल्पनिक ज्ञान की जांच करता है जबकि तथ्यात्मक ज्ञान की, बी तथ्यात्मक ज्ञान की। तीजा ऑप्शन जिहड़ी सी इहदी बिल्कुल सही सी। उस तो बाद अगले क्वेश्चन ते आ जाओ। अगला क्वेश्चन कहते हैं लोकतंत्र में एक निश्चित समय अंतराल के पश्चात ही चुनाव क्यों होते हैं? इत्थे इन्होंने कहता ये एक प्रथागत प्रक्रिया है। चौथी ऑप्शन दे विच कह रहे हैं इट इज अ कस्टमरी प्रैक्टिस। गलत, चौथी ऑप्शन गलत कर देनी सी, ऊपर वाली तीनों सही सी। क्यों सही? कहते सरकार का उत्तरदायित्व सुनिश्चित करने के लिए, दलों की समान राजनीतिक भागीदारी सुनिश्चित करने के लिए, राजनीतिक वाद विवाद तथा जन संवाद को प्रोत्साहन करने के लिए। तीनों ऑप्शन सही सी, डी ऑप्शन गलत सी। ते इहदा ऑप्शन होनी सी ए बी और सी। तीजी ऑप्शन इहदी बिल्कुल ही सही सी, बहुत ही सौखा पेपर सी। उस तो बाद ये कहते आदिवासी समाज की विशिष्टता का श्रेय जाता है, किसको जाता है? कि कहते जाति व्यवस्था के प्रचलन को, प्रीवेलेंस ऑफ कास्ट सिस्टम। गलत, पहली ऑप्शन गलत। दूसरे प्रचलित धर्मों से भिन्न अनेक प्रकार के जनजातीय धर्मों के पालन को। ठीक है, सही है। विशिष्ट भाषा के प्रयोग को, अलग अलग भाषा का प्रयोग करना, ऊंच नीच की कम उपस्थिति को। ठीक है, बी सी ते डी ऑप्शन ओही जेड़ा दे विच मैं जनजाति
ਕਿਹੜਾ ਚੈਪਟਰ ਸੀਗਾ, ਕਿਹੜੀ ਬੁੱਕ ਸੀਗਾ, ਹਾਂ 6ਵਾਂ ਚੈਪਟਰ ਜਨਜਾਤੀਆਂ ਜਿਹੜਾ ਖਾਨਾ ਬਦੋਸ਼ ਦੀ ਜਨਜਾਤੀਆਂ ਵਾਲੇ ਕਨਸੈਪਟ ਦੇ ਵਿੱਚੋਂ ਇਹ ਕੁਐਸਚਨ ਸੀਗਾ, ਪੈਡਾਗੋਜੀ ਬਣਾ ਕੇ ਉਹਨਾਂ ਨੇ ਪਾਇਆ ਸੀਗਾ। ਠੀਕ ਹੈ, ਇਹਦੀ ਰਾਈਟ ਆਪਸ਼ਨ ਹੋਣੀ ਸੀ B, C ਤੇ D। ਜਿੱਥੇ ਇਹਨਾਂ ਨੇ ਪ੍ਰੀਵੇਲੈਂਸ ਆਫ ਕਾਸਟ ਸਿਸਟਮ ਕਿਹਾ ਉਹ ਗਲਤ ਆ, B, C ਤੇ D ऑप्शन ਇਹਦੀ बिल्कुल सही सी। अगले क्वेश्चन पे आ जाओ, निम्न में से कौन से स्रोतों के बारे में सही है। स्रोत की कोई संसाधन, कोई स्रोत कहते वे अधिक ठोस प्रकृति के होते हैं, सही है। वह सभी इतिहासिक प्रकृति के होते हैं, ना 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 ना, सारे स्रोत इतिहासिक प्रकृति के थोड़ी होंगे, कोई भूगोलिक प्रकृति तो हो सकते हैं है ना, ऐदा भी हो सकता ना, सारे इतिहासिक प्रकृति थोड़ी हो सकते। वे वस्तुनिष्ठ होते हैं, ना भाई वस्तुनिष्ठ थोड़ी हो सकते हैं। इससे प्रति दर्शकों के ब्यूरे और व्यक्तिगत पत्र भी शामिल है। यदि राइट ऑप्शन नहीं सी ए ते डी, ए ते डी तीजी ऑप्शन यदि राइट ऑप्शन आनी सी। और उस तो बाद अगले क्वेश्चन पे आ जाओ, निम्न में से कौन सा कथन नैदानिक मूल्यांकन का असंगत करता है। यानी कि जेड़ा डायग्नोस्टिक एवैल्यूएशन आ, जिन्हों ने एवैल्यूएशन है ना, एक पैडागोजी दी एक ऐदा दी कंसैप्ट है 4 ਤੋਂ 5 मैं करवाऊंगी तुहानू, जिहदे विचों हर एक सबजैक्ट दे विच आ जांदे। NCERT RT एजुकेशन, NCF 2005 प्रोग्रेसिव एजुकेशन होया, ठीक है, CCE होया, एवैल्यूएशन होया, ये 4 ਤੋਂ 5 कंसैप्ट अधेड़ के रख दूंगी, बहुत सोहने तरीके नाल करवाऊंगी। ठीक है, ये उहदे विचों पुछया गया सीगा। ਜਿਹੜਾ ਨਾ ਡਾਇਗਨੋ, ਮੈਂ ਵੈਸੇ ਤੁਹਾਨੂੰ ਬੋਲ ਕੇ ਦੱਸ ਦਿੰਨੀ ਆ ਵੀ ਜਿਹੜਾ ਡਾਇਗਨੋਸਟਿਕ ਐਵੈਲੂਏਸ਼ਨ ਆ ਉਹ ਇਸ ਕਰਕੇ ਕੀਤਾ ਜਾਂਦਾ ਵਾ ਕਿ ਬੱਚੇ ਨੇ ਜੋ ਵੀ ਸਿੱਖਿਆ ਉਹਦੀਆਂ ਉਪਲਬਧੀਆਂ ਵਾ ਉਹਨਾਂ ਨੂੰ ਕਿੰਨਾ ਕੁ ਮਤਲਬ ਉਹਦੀਆਂ ਜਿਹੜੀਆਂ ਉਪਲਬਧੀਆਂ ਵਾ ਉਹਦੀ ਤੁਲਨਾ ਕਰਨੀ ਕਿ ਬੱਚੇ ਨੇ ਜੋ ਵੀ ਸਿੱਖਿਆ ਉਹਨੂੰ ਸਿੱਖਣ ਦੇ ਵਿੱਚ ਕਿੰਨੀਆਂ ਕੁ ਮੁਸ਼ਕਲਾਂ ਆਈਆਂ, ਉਹਨਾਂ ਮੁਸ਼ਕਲਾਂ ਨੂੰ ਕਿਵੇਂ ਦੂਰ ਕੀਤਾ, ਉਹ ਹੁੰਦਾ ਵਾ डायग्नोस्टिक एवैल्यूएशन। ਜਿਹੜੀ तीजी ऑप्शन सी इसका उपयोग कक्षा के सभी विद्यार्थियों द्वारा सीखी उपलब्धियों की तुलना करने में किया जाता है। तीजी ऑप्शन यदि बिल्कुल ही सही होनी सी। ठीक है, उस तो बाद अगले क्वेश्चन पे आ जाओ। अगला क्वेश्चन साडा हैगा आ, कहते भारतीय धर्मनिरपेक्षता में राज्य धर्म के संदर्भ में एक सिद्धांतिक दूरी बनाए रखता है, इसका अर्थ की आ। ठीक है, एक मिनट हुण इत्थे सीगा इसे ही चैप्टर दे विचों ये आया सीगा, इको मिनट आ देखो 8वीं क्लास की पोलिटिकल है, जिहदा दूजा चैप्टर हैगा वा धर्म निरपेक्षता। सारे दा सारा ही चैप्टर धर्म निरपेक्षता ते संसद दे भारतीय संविधान दे इर्द गिर्द घूमदा सीगा। इहदे विचों ये क्वेश्चन आया सीगा, क्योंकि जे मैं पढ़ के सुनाउण लगी टाइम लग जाना, तुहानूं पता तो लग गया भी मैं हर एक चीज प्रूफ दे नाल पेश कर रही हां। टैलीग्राम ते भेज दूंगी इस चैप्टर दा दूजा, इस बुक का दूजा चैप्टर धर्म निरपेक्षता, उहदे विचों ये क्वेश्चन आया सीगा। ये कहंदे आ कि यह समस्याओं को सुलझाने की किथे गया, हाँ नहीं ऊपर वाला क्वेश्चन है, संविधान के दिए गए आदर्श के आधार पर राज्य धार्मिक मामलों में हस्तक्षेप कर सकता है, ना 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 ना, गलत, ए गलत। राज और धर्म एक दूसरे के मामलों में हस्तक्षेप कर सकते हैं, ना भाई बी भी गलत। राज और धर्म एक दूसरे की सीमाओं का उल्लंघन नहीं कर सकते, बिल्कुल सही है। आवश्यकता पड़ने पर राज धार्मिक मामलों की नियंत्रण कर सकता है, हाँ भाई कर सकता वा। सी ते डी ऑप्शन यदि सही आनी सी ते इहो ही चीज इन्हां ने इस चैप्टर दे विच दसी, बहुत ही सोहणे तरीके दे नाल। अगले क्वेश्चन ते आ जाओ। अगला क्वेश्चन कहंदे निम्न में से कौन से कथन परिप्रश्न उपगाम के संबंध में सही है। इहदी राइट ऑप्शन आनी सी ए कट के ए, नहीं एक मिनट, ए ते बी। देखो कहते हैं कि ये समस्याओं को सुलझाने की क्षमताओं को प्रोत्साहित करता है, बिल्कुल पॉजिटिव लग रही है, ऑप्शन सही है। यह साक्ष्य एकत्र व मूल्यांकन करने के तरीकों का पता लगाने में मदद करता है, ना भाई ना ना, मूल्यांकन एवैल्यूएशन का कोई चक्कर ही नहीं गा। शिक्षा अधिगम की गति को तय करती है, नहीं, यह एक जल्दी से सीखने का तरीका है। इनक्वायरी अप्रोच की गल हो रही है, जेड़ी इनक्वायरी अप्रोच आ की करदी आ प्रॉब्लम सॉल्विंग जड़ियां स्किल हुंदियां वा उन्हां नूं एनकरेज करदी है, पहली ऑप्शन सही सी। फिर कहंदे इट इज क्विक वे ऑफ लर्निंग, मतलब जल्दी सीखण दे विच बच्चे नूं मदद करदी। बच्चा किवें जल्दी सीखूगा, ਜਦੋਂ ਉਹਦੀਆਂ ਪ੍ਰੋਬਲਮ ਹੀ ਸੋਲਵ ਹੋ ਜਾਣਗੀਆਂ।
ਪ੍ਰੋਬਲਮ ਸੋਲਵ ਕਿਹਦੇ ਰਾਹੀਂ ਹੋਣਗੀਆਂ, ਇਨਕੁਆਇਰੀ ਅਪਰੋਚ ਦੇ ਨਾਲ ਹੋਣਗੀਆਂ। ਏ ਤੇ ਡੀ ਆਪਸ਼ਨ ਇਹਦੀ ਬਿਲਕੁਲ ਸਹੀ ਸੀ। ਠੀਕ ਹੈ, ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਵਾ ਮੈਨੀ workshop and factories located in industrial areas employ casual work because ਇਹਦੀ ਮਤਲਬ ਕਾਮਨ ਸੈਂਸ ਦੇ ਨਾਲ ਤੁਸੀਂ ਆਨਸਰ ਇਹਦਾ ਲਗਾ ਸਕਦੇ ਸੀ। ਦੇਖੋ ਚੌਥੇ ਆਪਸ਼ਨ ਦੇ ਵਿੱਚ ਇਹ ਕਹਿ ਰਿਹਾ ਵਾ ਸਥਾਈ ਕਰਮੀ की तुलना में अस्थाई कर्मी अधिक प्रक्षमी होते हैं। ਆਪਾਂ ਕਰਮਚਾਰੀਆਂ ਦੇ ਬਾਰੇ ਕਿਵੇਂ ਅੰਦਾਜ਼ਾ ਲਾ ਸਕਦੇ ਆ? ਕਰਮਚਾਰੀ ਮਿਹਨਤੀ ਆ ਜਾਂ ਨਹੀਂ ਮਿਹਨਤੀ, ਇਹ ਉਹਨਾਂ ਦੀ ਨੀਡ ਤੇ ਡਿਪੈਂਡ ਕਰਦਾ। ਉਹਨਾਂ ਦੀ ਲੋੜ ਆ, ਉਹਨਾਂ ਨੇ ਕਮਾਉਣਾ ਆ, ਉਹਨਾਂ ਨੇ ਖਾਣਾ ਆ, ਤੇ ਉਸ ਹਿਸਾਬ ਦੇ ਨਾਲ ਮਿਹਨਤ ਕਰਨਗੇ। ਏਰੀਆ ਦਾ ਤੇ ਕੋਈ ਫਰਕ ਨਹੀਂ ਨਾ ਰਹਿੰਦਾ ਇਹਦੇ ਵਿੱਚ। ਏਰੀਆ ਮੈਟਰ ਨਹੀਂ ਨਾ ਕਰਦਾ ਇਹਦੇ ਵਿੱਚ, ਇਹ ਤਾਂ ਉਹਨਾਂ ਦੀ ਨੀਡ ਮੈਟਰ ਕਰਦੀ ਆ ਨਾ। ਚੌਥੀ ਆਪਸ਼ਨ ਸਹੀ ਸੀ। ਏ ਬੀ ਤੇ ਸੀ ਜਿਹੜੀ ਆ ਇਹਦੀ ਰਾਈਟ ਆਪਸ਼ਨ ਆਉਣੀ ਸੀ। ਇਹ ਵੀ ਕੁਐਸਚਨ ਜਿਹੜਾ ਵਾ 7ਵੀਂ ਕਲਾਸ ਦੀ ਪੋਲੀਟੀਕਲ ਦੇ ਵਿੱਚੋਂ ਪੁੱਛਿਆ ਗਿਆ, ਜਿਹਦੇ ਵਿੱਚ ਇਹਨਾਂ ਨੇ ਮਜ਼ਦੂਰਾਂ ਕਰਮਚਾਰੀਆਂ ਦੇ ਬਾਰੇ ਗੱਲ ਕੀਤੀ ਆ। ਜਦੋਂ ਮੈਂ ਤੁਹਾਨੂੰ ਦੱਸਿਆ ਕਿ ਫੁੱਟਪਾਥ ਤੇ ਜਿਹਦੇ ਵਿੱਚ ਲੇਬਰ ਚੌਂਕ ਦੀ ਗੱਲ ਕੀਤੀ ਸੀ, ਯਾਦ ਕਰੋ ਮਜ਼ਦੂਰਾਂ ਬਾਰੇ ਉਹ ਚੈਪਟਰ ਸੀ, ਉਹਦੇ ਵਿੱਚੋਂ ਇਹ ਕੁਐਸਚਨ ਜਿਹੜਾ ਪਾਇਆ ਗਿਆ ਸੀਗਾ। ਠੀਕ ਆ, ਮੈਂ ਚਾਹੁੰਦੀ ਵੀ ਟਾਈਮ ਦੀ ਬਚਤ ਹੋ ਜੇ, ਨਹੀਂ ਤੇ ਕੱਲਾ ਕੁਐਸਚਨ ਜਿਹੜਾ ਵਾ ਕੱਲੀ ਥਿਊਰੀ ਬੋਲ ਕੇ ਦੱਸਾਂ, PDF ਬਣਾ ਕੇ ਟੈਲੀਗ੍ਰਾਮ ਤੇ ਭੇਜ ਦੂੰਗੀ, ਸਾਰੇ ਪ੍ਰੂਫ ਲਗਾ ਕੇ, टेंशन ना लो। ठीक है, उस तो बाद अगले क्वेश्चन पे आ जाओ। खुली पुस्तक परीक्षा रटकर सीखने से हटकर किताबों के साथ संबंध स्थापित करने पर केंद्रित होती है। कितनी सोहनी गल कही, हाँ सही है। खुली पुस्तक परीक्षा विद्यार्थियों का भार कम करती है क्योंकि इसमें उन्हें परीक्षा की तैयारी पहले से करनी नहीं पड़ती। एंड पहला तो सही कह गए, एंड ते घपलाई मार गए। देखो ये दूजी ऑप्शन बिल्कुल गलत सी। सिर्फ ते सिर्फ केवल ए सही है। पहली ऑप्शन ਇਹਦੀ ਆਉਣੀ ਸੀ केवल ए सही ਆ। ਕੋਈ ਵੀ ਖੁੱਲੀ ਪੁਸਤਕ ਜਿਹੜੀ ਆ ਉਹ ਸਾਨੂੰ ਇਹ ਥੋੜੀ ਕਹੂਗੀ ਵੀ ਤੁਸੀਂ ਆਪਣੇ ਐਗਜ਼ਾਮ ਦੀ ਤਿਆਰੀ ਪਹਿਲਾਂ ਤੋਂ ਨਹੀਂ ਕਰਨੀ, ਪਹਿਲਾਂ ਤੋਂ ਹੀ ਕਰਦੇ ਆ। ਹੁਣ ਸਾਡਾ ਕੱਲ ਸੀਰਟ ਦਾ ਪੇਪਰ ਸੀ, ਅਸੀਂ ਕਿੰਨੇ ਟਾਈਮ ਤੋਂ ਪੜ ਰਹੇ ਸੀ। ਦੂਜੀ ਆਪਸ਼ਨ ਇਹਦੀ ਗਲਤ ਸੀ, ਸਿਰਫ ਤੇ ਸਿਰਫ ਏ ਇਹਦੀ ਸਹੀ ਸੀ। ठीक है, उस तो बाद अगले क्वेश्चन पे आ जाओ। थोड़े क्वेश्चन रह गए आ, जल्दी कर देने आ, क्लास खत्म। फिर कहते हैं एक दृढ़ डैश का विकास करने के लिए सतर्क और सजग जनता आवश्यक है। लोकतंत्र, डेमोक्रेसी, चौथी ऑप्शन यदि बिल्कुल सही होनी सी। उस तो बाद जिहड़ा है ना, दो मौलिक अधिकार जिनकी मांग पर हास्य युक्त समूह बल दे सकते हैं ताकि उनके साथ भी गरिमाएं और समानता का व्यवहार किया जाए। ठीक है, 7वीं क्लास की NCERT, ठीक है, 7वीं क्लास की NCERT आ पिया पहला चैप्टर समानता वाला, आ पिया पहला चैप्टर समानता वाला, ਜਿਹਦੇ ਵਿੱਚੋਂ ਇਹ ਜਿਹੜਾ ਕੁਐਸਚਨ ਪੁੱਛਿਆ ਗਿਆ ਸੀਗਾ। ਪਰ ਮੈਨੂੰ ਦੋ ਆਪਸ਼ਨਾਂ ਦੇ ਵਿੱਚ ਡਾਊਟ ਹੋਇਆ। ਸਿਰਫ ਤੇ ਸਿਰਫ ਮੈਂ ਦੋ ਕੁਐਸਚਨ ਹੁਣ ਤੱਕ ਡਾਊਟ ਤੇ ਰੱਖੇ ਆ, ਬਹੁਤੇ ਜ਼ਿਆਦਾ ਨਹੀਂ ਰੱਖੇ। ਇੱਕ ਪਹਿਲਾ ਤੇ ਇੱਕ ਆ ਵਾਲਾ ਡੀ। ਇਹਦੀ ਤੀਜੀ ਤੇ ਚੌਥੀ ਆਪਸ਼ਨ ਸਹੀ ਹੋ ਸਕਦੀ, ਏ ਤੇ ਬੀ ਸਹੀ ਹੋ ਸਕਦਾ ਵਾ, ਤੇ ਬੀ ਤੇ ਸੀ ਸਹੀ ਹੋ ਸਕਦਾ ਵਾ। ਠੀਕ ਹੈ, ਡੀ ਆਪਸ਼ਨ ਤੇ ਸਰਾਸਰ ਇਹਦੇ ਵਿੱਚ ਨਹੀਂ ਆਉਣੀ, ਪਰ ਏ ਬੀ ਤੇ ਬੀ ਸੀ ਦੇ ਵਿੱਚ ਜਿਹੜਾ ਮੈਨੂੰ ਵੀ ਡਾਊਟ ਚੱਲਦਾ ਪਿਆ ਵਾ, ਇਹਨੂੰ ਤੁਸੀਂ ਫਿਲਹਾਲ ਡਾਊਟ ਦੇ ਵਿੱਚ ਰੱਖ ਲਓ। ਅਗਲੇ क्वेश्चन पे आ जाओ। कहते कि भारतीय संविधान धार्मिक और बहुभाषी अल्पसंख्यकों की सुरक्षा का प्रावधान मौलिक अधिकारों से करता है। मतलब कि कहते भी भारत जिहड़ा वा, जिहड़ा भारत दा संविधान आ, किसी दे धार्मिक मामलों की रखिया, बहुत भाषाई साडे भारत दे विच अलग-अलग भाषा बोलण वाले लोग रहिंदे आ। कहंदे उन्हां सारियां दी जिहड़ी सुरक्षा वा वो किहदे राहीं करदा वा, मौलिक अधिकार दे के सुरक्षा करदा वा। फिर इन्हां ऑप्शनां दसियां, ये बहुसंख्यक द्वारा संभावी संस्कृति प्रभुत्व के शख्स अल्पसंख्यकों की सुरक्षा करता है। यह बहुसंख्यक द्वारा किसी तरह के भेदभाव से अल्पसंख्यकों की सुरक्षा करता है। हाँ जी, करदा। यह अल्पसंख्यकों के हितों की सुरक्षा करता है, बिल्कुल करदा वा। यह अल्पसंख्यकों की आर्थिक अवसरों की गारंटी प्रदान करता है, बिल्कुल करदा वा। ए बी सी डी चार ऑप्शन सही सी। उस तो बाद अगला क्वेश्चन है, भारत के गांवों से किसान के कई आत्महत्या के मामले रिपोर्ट किए गए हैं। मानसून का अभाव और कर्ज चुका पाने की अक्षमता किसानों में दुखों का कारण बनती है। बिल्कुल सही आ, AR दी सही व्याख्या सी। याद करो ਜਦੋਂ ਮੈਂ ਤੁਹਾਨੂੰ ਦੋ ਬੰਦਿਆਂ ਦੇ ਬਾਰੇ ਕਰਵਾਇਆ ਸੀ, ਮੈਂ ਤੁਹਾਨੂੰ ਦੱਸਿਆ ਸੀ ਵੀ ਇਹਨਾਂ ਨੇ ਕਾਲਪਨਿਕ ਕਹਾਣੀਆਂ ਦੇ ਕੇ NCERT ਦੇ ਵਿੱਚ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਤੁਹਾਨੂੰ ਐਗਰੀਕਲਚਰ ਸਿਸਟਮ ਭਾਰਤ ਦਾ ਕਰਵਾਇਆ ਸੀਗਾ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਭਾਵੇਂ ਕਿ ਖੇਤੀਬਾੜੀ ਨੂੰ ਉੱਚਾ ਚੁੱਕਣ ਲਈ ਸਾਡੇ ਭਾਰਤ ਦੇ ਵਿੱਚ ਕਾਫੀ ਕਦਮ ਉਠਾਏ ਜਾ ਰਹੇ ਆ, ਪਰ ਬਹੁਤ ਸਾਰੇ ਅਜੇ ਵੀ ਇਦਾਂ ਹੁੰਦਾ ਵਾ, ਜਿਹਦੇ ਵਿੱਚ ਮੈਂ ਹੁਣ ਨਾਮ ਭੁੱਲ ਗਈ, ਜਿਹਦੇ ਵਿੱਚ ਤੁਹਾਨੂੰ ਦੱਸਿਆ ਵੀ ਇੱਕ ਕਿਸਾਨ ਹੁੰਦਾ
ਹੁੰਦਾ ਵਾ, ਉਹਦੀ ਜ਼ਮੀਨ ਜ਼ਿਆਦਾ ਹੁੰਦੀ ਆ ਹਨਾ, ਤੇ ਉਹ ਜਿਹੜਾ ਵਾ ਫੈਕਟਰੀਆਂ ਤੱਕ ਜਿਹੜਾ ਵਾ ਸਥਾਪਿਤ ਕਰ ਲੈਂਦਾ ਵਾ, ਪਰ ਛੋਟਾ ਕਿਸਾਨ ਜਿਹੜਾ ਵਾ ਉਹਦਾ ਬੁਰਾ ਹਾਲ ਹੁੰਦਾ ਵਾ। ਇਹੀ ਕਾਰਨ ਆ, ਬਿਲਕੁਲ ਸਹੀ ਸੀ ਕਿ ਜਿਹੜੇ ਛੋਟੇ ਕਿਸਾਨ ਆ, ਕੋਈ ਕਹਿ ਲੋ ਵੀ ਮੌਸਮ ਦੇ ਪ੍ਰਭਾਵ ਦੇ ਕਾਰਨ ਵੀ 1.5 ਏਕੜ ਜ਼ਮੀਨ ਜਿਹੜੀ ਉਹਦੇ ਕੋਲ ਹੁੰਦੀ ਆ, ਉਹ ਉਹਦੇ ਤੋਂ ਉਹਨਾਂ ਕਰਜ਼ਾ ਆਪਦਾ ਜਿਹੜਾ ਉਹਨੇ ਲਿਆ ਹੁੰਦਾ ਉਹ ਨਹੀਂ ਉਠਾ ਪਾਉਂਦਾ, ਜਿਹਦੀ ਵਜ੍ਹਾ ਕਰਕੇ ਉਹ ਆਤਮ ਹੱਤਿਆ ਜਿਹੜੀ ਕਰ ਲੈਂਦਾ ਵਾ। ਇਹ ਮੈਂ ਤੁਹਾਨੂੰ 8ਵੀਂ ਕਲਾਸ ਦੀ ਜਿਓਗ੍ਰਾਫੀ ਦੇ ਵਿੱਚ ਕਰਵਾਇਆ ਸੀ। ਠੀਕ ਹੈ, ਅਗਲੇ ਕੁਐਸਚਨ ਤੇ ਆ ਜਾਓ। ਅਗਲਾ ਕੁਐਸਚਨ ਸਾਡਾ ਕਹਿੰਦਾ ਆ NCF 2005 ਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ, NCF 2005 ਜਿਹੜਾ ਉਹ ਕੀ ਕਹਿੰਦਾ ਵਾ ਕਿ ਜਿਹੜੀ ਸਮਾਜਿਕ ਸਿੱਖਿਆ ਵਾ SST ਦਾ ਵਿਸ਼ਾ ਵਾ ਕਿਹੜੇ ਲੈਵਲ ਤੇ ਸ਼ੁਰੂ ਹੁੰਦਾ ਵਾ, ਅਪਰ ਪ੍ਰਾਇਮਰੀ ਸਟੇਜ ਤੇ। ਕਿੰਨਾ ਸੌਖਾ ਸੀਗਾ, ਚੌਥੀ ਆਪਸ਼ਨ ਇਹਦੀ ਬਿਲकुल सही होनी सी। अगला क्वेश्चन है, निम्नलिखित प्रश्न टिप्पणियों आपने अपनी कक्षा के विद्यार्थी से प्राप्त की है, इनमें से कौन सा प्रश्न विद्यार्थियों की गरीबी समानता के मुद्दे पर अलोहा, मतलब कि कोई टीचर आ ਉਹ ਬੱਚਿਆਂ ਨੂੰ ਕਿਸੇ ਇੱਕ ਟੌਪਿਕ ਤੇ ਟਿੱਪਣੀ ਕਰਨ ਲਈ ਕਹਿੰਦਾ ਵਾ। ਹੁਣ ਬੱਚਾ ਕੀ ਟਿੱਪਣੀ ਕਰਦਾ ਵਾ, ਮਤਲਬ ਗਰੀਬੀ ਦੇ ਬਾਰੇ ਜਿਹੜਾ ਵਾ ਟੀਚਰ ਕੋਈ ਵਿਸ਼ਾ ਪੜ੍ਹਾ ਰਿਹਾ ਤੇ ਉਹਦੇ ਵਿੱਚ ਉਹ ਕਹਿੰਦਾ ਵਾ ਵੀ ਭਾਰਤ ਸਰਕਾਰ ਨੇ ਗਰੀਬੀ ਨੂੰ ਜਿਹੜਾ ਵਾ ਦੂਰ ਕਰਨ ਲਈ ਆਹ ਵਾਲੇ ਕਦਮ ਕੀਤੇ ਆ, ਪੈਨਸ਼ਨ ਯੋਜਨਾ ਲਾਈ ਆ, ਇਹ ਕੀਤਾ ਆ, ਉਹ ਕੀਤਾ ਵਾ, ਏਦਾਂ ਏਦਾਂ ਹਨਾ। ਪਰ ਇੱਕ ਬੱਚਾ ਉੱਠ ਕੇ ਟਿੱਪਣੀ ਕਰ ਦਿੰਦਾ ਵਾ। ਬੱਚਾ ਉੱਠ ਕੇ ਕੀ ਟਿੱਪਣੀ ਕਰੂਗਾ? बच्चा उठ के टिप्पणी करूंगा, ऐसा क्यों है कि विलासकारों और भिखारी दोनों को हम ट्रैफिक सिग्नल पर देख पाते हैं। भी ਅਸੀਂ ਭਿਖਾਰੀਆਂ ਨੂੰ ਟ੍ਰੈਫਿਕ ਸਿਗਨਲ ਸੜਕਾਂ ਤੇ ਕਿੰਨੇ ਮਜ਼ਦੂਰ ਆ, ਜਦੋਂ ਅਸੀਂ ਜਾਂਦੇ ਆ ਕਿਤੇ ਤੋਂ ਸਾਡੇ ਤੋਂ ਮੰਗਣ ਨਹੀਂ ਤੁਰੇ ਆਉਂਦੇ ਆ। ਕਿੰਨੇ ਭਿਖਾਰੀ ਹੁਣ ਵੀ ਇੰਨੀ ਠੰਡ ਦੇ ਵਿੱਚ ਫੁੱਟਪਾਥ ਤੇ ਪਏ ਆ, ਤੇ ਬੱਚੇ ਦੇਖਦੇ ਆ, ਪੇਰੈਂਟਸ ਦੇ ਨਾਲ ਬੱਚੇ ਜਾਂਦੇ ਆ ਬਾਹਰ ਦੇਖਦੇ ਆ। ਫਿਰ ਉਹ ਸਵਾਲ ਕਿੰਨਾ ਵਧੀਆ ਸਵਾਲ ਬੱਚੇ ਨੇ ਕੀਤਾ ਵਾ। ਤੇ ਇਹਦੀ ਤੀਜੀ ਆਪਸ਼ਨ ਜਿਹੜੀ ਆ ਇਹ ਬਿਲਕੁਲ ਸਹੀ ਜਾਣੀ ਸੀ। निम्नलिखित में से कौन सा संसाधन रणनीति एक सामाजिक विज्ञान की कक्षा को समावेशी बना सकता है, जिथे ऑल दी गल आ जे, डिस्प्ले ऑफ स्टोरीज एंड फोटोज ऑफ पीपल फ्रॉम वेरियस कम्युनिकेट एंड रीजन्स। ठीक है, विभिन्न समुदायों और क्षेत्रों के लोगों की कहानियां और तस्वीरों का प्रदर्शन करना। तीजी ऑप्शन यदि सी बिल्कुल सही सी। अगले क्वेश्चन ते आ जाओ। भारतीय न्यायपालिका बिना किसी भय अथवा बाहरी दबाव के कानून का शासन की रक्षा करती है, मतलब कि भारतीय न्यायपालिका स्वतंत्र या इंडिपेंडेंस ऑफ जुडिशरी इन इंडिया। ठीक है, भारत की जिहड़ी न्यायपालिका वा वो बिल्कुल स्वतंत्र आ, इसे ही ते करके वो बिना किसी दबाव तो की करदी आ, जिहड़ा वा उन्हां नूं कानून दा शासन दिंदी आ। ठीक है, पर रिटन दे विच आ। ठीक है, प्रैक्टिकली ये चीज हैगी नहीं आ। जे प्रैक्टिकली हुंदी ते सड़कां ते साडे वीरां दा मर्डर क्यों हुंदा है ना। ਇਹ ਚੀਜ਼ਾਂ ਸਿਰਫ ਰਿਟਨ ਦੇ ਵਿੱਚ ਮਿਲਦੀਆਂ ਵਾ, ਪ੍ਰੈਕਟੀਕਲੀ ਇਹ ਚੀਜ਼ਾਂ ਸਾਡੇ ਤੇ ਅਪਲਾਈ ਨਹੀਂ ਹੁੰਦੀਆਂ। ਅਸੀਂ ਅੱਜ ਵੀ ਗੁਲਾਮ ਆ, ਪਰ ਆਪਸ਼ਨ ਦੇ ਅਕੋਰਡਿੰਗ ਇਹ ਆਪਸ਼ਨ ਸਹੀ ਆ। ਠੀਕ ਆ, ਸੌਰੀ। ठीक है, नेक्स्ट क्वेश्चन पे आ जाओ। प्रारंभिक सत्र पर सामाजिक विज्ञान का शिक्षण महत्वपूर्ण है। ठीक है, कहते कि जिहड़ा सोशल स्टडीज दा जिहड़ा अपना हैगा वा विशा ये एलीमेंटरी स्टेज ते जरूरी आ। फिर एक कारण कहते हैं यह बच्चों को सामाजिक मामलों के प्रति संवेदनशील बनाता है तथा उसमें भिन्नता एवं विविधता के लिए समान विकसित करता है। बिल्कुल सही है, ए और दोनों सही है, और ए जिहड़ा वो और की सही व्याख्या जिहड़ी आ वो करदा वा। ठीक है, अगले क्वेश्चन ते आ जाओ। सामाजिक विज्ञान की पद्धति के रूप में क्षेत्र कार्य फील्ड वर्क में क्या लाभ है? छात्रों को प्रत्यक्ष ज्ञान प्राप्त करता है, प्रोवाइड स्टूडेंट फर्स्ट हैंड नॉलेज, मतलब बच्चे करके सीखण, फर्स्ट हैंड नॉलेज। ठीक है, ए दा राइट ऑप्शन आनी सी, ऑप्शन नंबर तीजी। लास्ट क्वेश्चन इज निम्नलिखित में से कौन से परियोजना कार्य एक विशेषताएं हैं? कहते कि यह विद्यार्थियों को पाठ्य पुस्तक से आगे जाने का मौका देती है। ना ए ऑप्शन गलत। नहीं एक मिनट है, द प्रोवाइड अपॉर्चुनिटी टू स्टूडेंट टू गिव बिहाइंड द टेक्स्ट बुक। हाँ सही है। कहते कि मतलब कहते कि जेड़ा अपना कोई परियोजना वा, परियोजना मतलब कोई जेड़ा प्रोजेक्ट वर्क किसी
ਟੌਪਿਕ ਦੇ ਵਿੱਚ ਕੋਈ ਪ੍ਰੋਜੈਕਟ ਵਰਕ ਉਹਦਾ ਬਣਾ ਕੇ ਕਰਨਾ, ਉਹ ਪ੍ਰੋਜੈਕਟ ਵਰਕ ਬੱਚੇ ਨੂੰ ਟੈਕਸਟ ਬੁੱਕ ਤੋਂ ਵੀ ਅੱਗੇ ਲੈਵਲ ਤੱਕ ਲੈ ਜਾਂਦਾ ਵਾ। ਇਹ ਆਪਸ਼ਨ ਬਿਲਕੁਲ ਸਹੀ ਆ। फिर ये कहते हैं परियोजना कार्य घर पर ही करना चाहिए ताकि कक्षा में शिक्षण के लिए अधिक समय मिल सके। ना 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 नैगेटिव हो गई ऑप्शन। बच्चे ते बोझ थोड़ी पाना वा भी स्कूल दे विच भी बच्चा काम करी जावे, घर दे विच भी पढ़ी जावे। एजुकेशन पॉलिसी ये नहीं कहती भी बच्चे बोझ दे बिना सिक्ख्या दा नारा याद करो। यशपाल केड़ी कमेटी सीगी है ना, बोझ दे बिना सिक्ख्या। ਇਹਦੇ ਬਾਰੇ ਪੜਿਆ ਨਾ ਤੁਸੀਂ, ਪੈਡਾਗੋਜੀ ਦੇ ਵਿੱਚ ਅਸੀਂ ਪੜ੍ਹਦੇ ਆ। ਇਹ ਉਹਦੇ ਵਿੱਚੋਂ ਉਸ ਚੀਜ਼ ਜੇ ਉਹ ਪੁਆਇੰਟ ਤੁਹਾਡੇ ਮਨ ਦੇ ਵਿੱਚ ਆ ਜਾਂਦਾ ਤੇ ਤੁਸੀਂ B ਆਪਸ਼ਨ ਨੂੰ ਕੱਟ ਕਰਕੇ A ਤੇ C ਸਹੀ ਲਾ ਸਕਦੇ ਸੀ, ਕਿਉਂਕਿ C ਵੀ ਕਹਿ ਰਹੀ ਆ कि समूहिक परियोजना कार्य विद्यार्थियों में संयोगात्मक कौशल के विकास में मदद करती है। ਜਿਹੜੀ ਆ ਆਪਸ਼ਨ ਆ ਪੋਜ਼ਿਟਿਵ ਸੀ ਉਹ ਚੱਕ ਲੈਂਦੇ, ਜਿਹੜੀ ਨੈਗੇਟਿਵ ਸੀ ਉਹਨੂੰ ਕੱਟ ਦਿੰਦੇ। A ਤੇ C ਜਿਹੜੀ ਸੀ ਉਹ ਬਿਲਕੁਲ ਇਹਦੀ ਰਾਈਟ ਆਪਸ਼ਨ ਸੀਗੀ। ਇਹ ਸੀ ਸਾਡਾ ਸਾਰਾ ਦਾ ਸਾਰਾ SST ਦਾ ਪੇਪਰ, ਜਿਹੜਾ ਕਿ ਸਾਰਾ ਦਾ ਸਾਰਾ ਮੇਰੇ ਕਰਵਾਏ ਹੋਏ ਚੋਂ ਆਇਆ। ਮੈਂ ਤੁਹਾਨੂੰ ਹੁਣ ਕੀ ਦੱਸਾਂ ਕੱਲਾ ਕੱਲਾ ਪ੍ਰੂਫ ਮੈਂ ਤੁਹਾਨੂੰ ਦਿਖਾਉਣੀ ਆ। ਠੀਕ ਹੈ, ਆ ਦੇਖੋ ਸਾਰਾ ਦਾ ਸਾਰਾ ਪੇਪਰ ਕਿੱਥੋਂ ਆਇਆ, ਸਾਰਾ ਸਬੂਤ ਮੈਂ ਤੁਹਾਨੂੰ ਦੇ ਚੁੱਕੀ ਆ। 6ਵੀਂ ਕਲਾਸ ਦੀ ਜਿਓਗ੍ਰਾਫੀ, ਠੀਕ ਹੈ, ਕੱਲਾ ਕੱਲਾ ਪੇਜ ਮੈਂ ਫੋਲਡ ਕੀਤਾ। 7ਵੀਂ ਕਲਾਸ ਦੀ ਹਿਸਟਰੀ, ਠੀਕ ਹੈ, 7ਵੀਂ ਕਲਾਸ ਦੀ ਜਿਓਗ੍ਰਾਫੀ, ਠੀਕ ਹੈ। ਫਿਰ ਦੇਖੋ ਆਪਣੇ 7ਵੀਂ ਕਲਾਸ ਦੀ ਪੋਲੀਟੀਕਲ, ਇਹਦੇ ਵਿੱਚੋਂ ਬਹੁਤ ਸਾਰਾ ਪੇਪਰ ਆਇਆ। ਠੀਕ ਹੈ, 8ਵੀਂ ਕਲਾਸ ਦੀ ਜਿਓਗ੍ਰਾਫੀ ਪਹਿਲਾ ਚੈਪਟਰ ਸੰਸਾਧਨ 3 ਤੋਂ 4 ਕੁਐਸਚਨ ਸੰਸਾਧਨਾਂ ਵਾਲੇ ਹੀ ਸਾਨੂੰ ਆਏ। 8ਵੀਂ ਕਲਾਸ ਦੀ ਪੋਲੀਟੀਕਲ ਬਹੁਤ ਸਾਰੇ ਕੁਐਸਚਨ ਇਹਦੇ ਵਿੱਚੋਂ ਆਏ ਤੇ 6ਵੀਂ ਕਲਾਸ ਦੀ ਪੋਲੀਟੀਕਲ ਇਹਦੇ ਵਿੱਚੋਂ ਵੀ ਸਾਨੂੰ ਕੁਐਸਚਨ ਆਏ। ਤੇ ਤੁਸੀਂ ਸੋਚੋ ਵੀ ਇੱਕ ਵੀ ਕੁਐਸਚਨ ਮੇਰੇ ਕਰਵਾਏ ਹੋਏ ਚੋਂ ਬਾਹਰ ਨਹੀਂ ਆਇਆ। ਮਤਲਬ ਇੱਕ ਹੁੰਦਾ ਨਾ ਜਦੋਂ ਕੋਈ ਚੀਜ਼ ਆਪਾਂ ਬੋਲਦੇ ਆ ਤੇ ਕਿਸੇ ਤੇ ਮਤਲਬ ਕੋਈ ਚੀਜ਼ ਆਪਾਂ ਸੁਣ ਕੇ ਉਹਦੇ ਤੇ ਯਕੀਨ ਨਹੀਂ ਕਰਦੇ, ਹਨਾ, ਹੈਗੀ ਨਾ ਇਹ ਚੀਜ਼ ਵੀ ਮੈਂ ਕਹਿਦਾ ਵੀ ਹਾਂ ਮੈਂ ਮਤਲਬ ਕਿ ਜੇ ਮੈਂ ਆਹ ਚੀਜ਼ ਪਹਿਲਾਂ ਤੋਂ ਮੈਂ ਸਿੱਧਾ ਹੀ PSTET ਦੀ ਤਿਆਰੀ ਕਰਾਉਣ ਲੱਗ ਜਾਂਦੀ। ਮੈਂ CTET ਦੀ ਤਿਆਰੀ ਕਰਵਾਉਣ ਦਾ ਮਤਲਬ ਮੇਰਾ ਇਹ ਸੀ, ਵੈਸੇ ਮੈਂ PSTET ਦੀ ਤਿਆਰੀ ਦੇ ਲਈ ਹੀ YouTube ਤੇ ਆਈ ਆ। CTET ਦੇ ਨਾਲ ਮੇਰਾ ਕੋਈ ਏਡਾ ਹੈ ਨਹੀਂ ਸੀ, ਪਰ ਮੇਰਾ ਖੁਦ ਦਾ CTET ਕਲੀਅਰ ਸੀ। ਇਸ ਕਰਕੇ ਕਿਉਂਕਿ ਮੇਰੇ ਚੈਨਲ ਤੇ ਜਿਹੜੇ ਬੱਚੇ ਜੁੜੇ ਹੋ ਜ਼ਿਆਦਾਤਰ PSTET ਵਾਲੇ ਆ, CTET ਵਾਲੇ ਬੱਚੇ ਬਹੁਤ ਘੱਟ ਆ। ਪਰ CTET ਦੇ ਰਾਹੀਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਸੀ ਕਿ ਮੈਂ ਵਾਕਈ ਤੁਹਾਡਾ PSTET ਦੇ ਪੇਪਰ ਦੇ ਵਿੱਚੋਂ SST ਪੋਰਸ਼ਨ ਦੇ ਵਿੱਚੋਂ ਮੈਂ ਤੁਹਾਡੇ ਵਧੀਆ ਨੰਬਰ ਦਿਲਾ ਸਕਦੀ ਆ। ਯਾਰ ਮਤਲਬ ਕਿ ਪਰਫੈਕਟ ਟੀਚਰ ਹੋਣ ਦੇ ਲਈ ਜ਼ਰੂਰੀ ਨਹੀਂ ਹੁੰਦਾ ਵੀ ਟੀਚਰ ਮਤਲਬ ਹਾਈ-ਫਾਈ ਕਲਾਸਰੂਮ, ਡਿਜੀਟਲ ਸਕਰੀਨ, ਹਨਾ, ਮਤਲਬ ਵਧੀਆ ਟੀਚਰ ਦੀ ਵਧੀਆ ਪਰਸਨੈਲਿਟੀ, ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ। ਮਾਇਨੇ ਰੱਖਦਾ ਉਹਦਾ ਵੇ ਆਫ ਟੀਚਿੰਗ, ਉਹਦੇ ਕੋਲ ਉਹ ਆਪਣੀ ਟੀਚਿੰਗ ਲਈ ਕਿਹੜਾ ਮਟੀਰੀਅਲ ਯੂਜ਼ ਕਰਦਾ ਵਾ। ਠੀਕ ਆ, ਮਤਲਬ ਹੁਣ ਪ੍ਰੂਫ ਤੁਹਾਡੇ ਸਾਹਮਣੇ ਆ। ਇੱਕ ਵੀ ਕੁਐਸਚਨ ਮੇਰੇ ਕਰਵਾਏ ਹੋਏ ਚੋਂ ਬਾਹਰ ਜੇ ਆਇਆ ਤੇ ਮੈਨੂੰ ਤਾਂ ਕਹਿ ਦਿਓ। ਤੇ ਮੈਂ ਇੱਕ ਵਾਰੀ ਫੇਰ ਕਹਿੰਨੀ ਆ ਕਿ SST ਦਾ ਜਿਹੜਾ ਸਬਜੈਕਟ ਆ ਤੁਹਾਡਾ PSTET ਦੇ ਵਿੱਚ, ਉਹਦੇ ਵਿੱਚ ਮੈਂ ਤੁਹਾਨੂੰ ਬਹੁਤ ਵਧੀਆ ਨੰਬਰ ਦਿਲਾਉਂਗੀ। ਇਹ ਮੇਰਾ ਵਾਅਦਾ ਵਾ ਤੁਹਾਡੇ ਨਾਲ। ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਹਿਸਟਰੀ, ਜਿਓਗ੍ਰਾਫੀ ਤੇ ਪੋਲੀਟੀਕਲ ਆਪਾਂ ਕਰਾਂਗੇ। ਠੀਕ ਆ, ਤੇ ਜੇਕਰ ਤੁਹਾਨੂੰ ਵਧੀਆ ਲੱਗਿਆ, ਠੀਕ ਆ, ਤੁਸੀਂ ਮੇਰੇ ਚੈਨਲ ਤੇ ਆਓ। ਤੇ ਅਜੇ ਵੀ ਜੇਕਰ ਤੁਸੀਂ ਮੇਰੀ ਕਲਾਸ ਨੂੰ ਸ਼ੇਅਰ ਨਾ ਕਰੋ ਤੇ ਬਹੁਤ ਮਾੜੀ ਗੱਲ ਆ। ਠੀਕ ਆ, ਹੁਣ ਮੈਨੂੰ ਕੁਛ ਵੀ ਬੋਲ ਕੇ ਦੱਸਣ ਦੀ ਜ਼ਰੂਰਤ ਨਹੀਂ ਆ। ਠੀਕ ਆ, ਕਹਿੰਦੇ ਹੁੰਦੇ ਨਾ ਕਿ ਇਨਸਾਨ ਨਹੀਂ ਬੋਲਦਾ, ਉਹਦਾ ਕੰਮ ਬੋਲਣਾ ਚਾਹੀਦਾ ਵਾ। ਠੀਕ ਆ, ਮੈਂ ਹੁਣ ਕੀ ਕਵਾਂ। ਠੀਕ ਆ, ਮੈਂ ਹੁਣ ਕੁਛ ਵੀ ਨਹੀਂ ਬੋਲੂੰਗੀ। ਇਸੇ ਹੀ ਆਧਾਰ ਤੇ ਤੁਹਾਡਾ ਵੀ ਫਰਜ਼ ਬਣਦਾ ਵਾ ਕਿ ਤੁਸੀਂ ਮੇਰੀਆਂ ਕਲਾਸਾਂ ਨੂੰ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ PSTET ਤੱਕ ਆਪਣਾ ਚੈਨਲ ਵਾਇਰਲ ਹੋ ਜੇ। ਤਾਂ ਕਿ ਮਤਲਬ ਦੇਖੋ ਕੋਈ ਐਡੀ ਘੈਂਟ ਥਿਊਰੀ YouTube ਤੇ ਮਿਲਦੀ ਆ, ਠੀਕ ਆ, ਨਹੀਂ ਮਿਲਦੀ। MCQ ਮਿਲਣਗੇ ਇਕੱਲੇ। ਠੀਕ ਆ, ਤੇ ਇਸੇ ਹੀ ਆਧਾਰ ਤੇ ਸਾਰੇ ਪੰਜਾਬ ਦੇ ਸਾਰੇ ਬੱਚਿਆਂ ਦਾ ਫਾਇਦਾ ਹੋ ਸਕੇ। ਇਸੇ ਹੀ ਚੀਜ਼ ਨੂੰ ਧਿਆਨ ਦੇ ਵਿੱਚ ਜੇ ਮੈਂ ਤੁਹਾਡੇ ਲਈ ਕੁਛ ਕਰ ਰਹੀ ਹਾਂ, ਤੁਸੀਂ ਅੱਗੋਂ ਕਿਸੇ ਹੋਰ ਲਈ ਕੁਛ ਕਰ ਦਿਓ। ਕਿਵੇਂ ਕਰਨਾ ਵਾ? ਮੇਰੀਆਂ ਕਲਾਸਾਂ ਨੂੰ ਸ਼ੇਅਰ ਕਰਕੇ। ਠੀਕ ਆ, ਆਪਾਂ ਮਿਲਦੇ ਆ ਕੱਲ ਤੋਂ। ਕੱਲ ਆਪਾਂ ਕਿਉਂਕਿ ਕਾਫੀ ਬੱਚਿਆਂ ਦਾ ਕੱਲ CTET ਦਾ ਪੇਪਰ ਸੀ, ਉਹਦੀ ਵਜ੍ਹਾ ਕਰਕੇ ਵੀ ਬੱਚੇ ਬਿਜ਼ੀ ਸੀ, ਹਨਾ। ਤੇ ਅੱਜ ਆਪਾਂ ਥੋੜੀ ਆਨਸਰ ਕੀ ਵੀ ਡਿਸਕਸ ਕਰਨੀ ਸੀ। ਹੁਣ ਕੱਲ ਤੋਂ ਆਪਾਂ ਕੰਟੀਨਿਊ ਕਰਨੀ ਆ PSTET ਦੀ
SST ਵਿਸ਼ੇ ਦੀ ਤਿਆਰੀ, ਜਿਹਦੇ ਵਿੱਚ ਆਪਾਂ 7ਵੀਂ ਕਲਾਸ ਦੀ ਹਿਸਟਰੀ ਕਰਦੇ ਪਏ ਹਾਂ। ਪ੍ਰੋਪਰ ਪਲੇਲਿਸਟ ਵੀ ਨਾਲ ਦੀ ਨਾਲ ਮੈਂ ਬਣਾਉਂਦੀ ਜਾ ਰਹੀ ਹਾਂ। ਜਿਨ੍ਹਾਂ ਨੇ ਪਹਿਲੀਆਂ ਵੀਡੀਓ ਨਹੀਂ ਦੇਖੀਆਂ, ਦੇਖ ਕੇ ਆਓ, ਛੱਡਣੀ ਨਹੀਂ ਤਿਆਰੀ, ਆਪਾਂ ਕਰਦੇ ਜਾਣਾ ਵਾ। ਜਦੋਂ ਮਰਜ਼ੀ PSTET ਆ ਜੇ, ਆਪਾਂ ਆਰਾਮ ਨਾਲ ਸਹਿਜੇ ਸਹਿਜੇ SST ਜਿਹੜੀ ਆ ਪੜ੍ਹਦੇ ਜਾਣਾ ਵਾ। ਤੇ ਆਪਾਂ ਕਰਦੇ ਪਏ ਸੀ 7ਵੀਂ ਕਲਾਸ ਦੀ ਹਿਸਟਰੀ, 6ਵਾਂ ਚੈਪਟਰ ਆਪਣਾ ਚੱਲਦਾ ਪਿਆ ਵਾ, ਉਹਨੂੰ ਆਪਾਂ ਕੰਟੀਨਿਊ ਰੱਖਦੇ ਹਾਂ। ਕੱਲ ਨੂੰ ਮਿਲਦੇ ਆਪਾਂ ਕੱਲ ਵਾਲੀ ਅਗਲੀ ਕਲਾਸ ਦੇ ਵਿੱਚ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਕਲਾਸ ਨੂੰ ਸ਼ੇਅਰ, ਲਾਈਕ ਤੇ ਕਮੈਂਟ ਕਰਨਾ ਨਾ ਭੁੱਲਣਾ। ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਓ ਕਿ ਮੇਰੇ ਕਰਵਾਏ ਹੋਏ ਦੇ ਅਕੋਰਡਿੰਗ ਤੁਹਾਡੇ SST ਦੇ ਵਿੱਚ ਕਿੰਨੇ ਕੁ ਨੰਬਰ ਬਣੇ। ਸਤਿ ਸ੍ਰੀ ਅਕਾਲ ਸਾਰਿਆਂ ਨੂੰ।